ਸਾਡਾ ਕੈਮਿਸਟ ਕਈ ਵਾਰੀ ਤਾਂ ਪੱਲਿਓ ਪਾ ਕੇ ਜਾਂਦਾ ਹੈ। ਅੱਜ ਇੱਕ ਮਜ਼ਦੂਰ 800-900 ਦਿਹਾੜੀ ਲੈ ਰਿਹਾ ਹੈ। ਅਗਰ ਉਹ ਸ਼ਾਮ ਨੂੰ ਸਵੇਰੇ ਬੈਠਦਾ ਨਾ 500 ਦਿਹਾੜੀ ਲੈਂਦਾ, ਸ਼ਾਮ ਨੂੰ ਅਗਰ 3 ਘੰਟੇ ਵੱਧ ਕੰਮ ਕਰਦਾ ਨਾ 300 ਰੁਪਏ ਨਾਲ ਲੈ ਕੇ ਜਾਂਦਾ ਹੈ। ਤੁਸੀਂ ਕਹਿੰਦੇ ਹੋ ਵੀ ਸਿਰਫ 700 ਰੁਪਏ ਦਿਹਾੜੀ ਪਾਉਂਦੇ ਹੋ, ਤੇ ਮੇਰੇ ਹਿਸਾਬ ਦੇ ਨਾਲ ਫਿਰ ਦੁਕਾਨਾਂ ਦੇ ਉੱਤੇ ਗੁਰੂ ਨਾਨਕ ਮੋਦੀ ਖਾਨੇ ਦਾ ਬੋਰਡ ਨਹੀਂ ਲਗਾ ਲੈਣਾ ਚਾਹੀਦਾ ਵੀ ਜੀ ਆਹ ਮਾਰਜਨ ਹੈ, ਪਰ ਤੁਸੀਂ ਇਹ ਤਾਂ ਦਿਖਾਇਆ ਨਹੀਂ ਵੀ ਇਹ 30 ਰੁਪਏ ਵਿਕ ਰਹੀ ਹੈ। ਬਿਲਕੁਲ ਸਹੀ ਮੰਨਦਾ ਜੀ, ਇੱਥੇ ਤੁਸੀਂ 30 ਰੁਪਏ ਦੀ ਚੀਜ਼ ਵੇਚਦੇ ਹੋ 105 ਪ੍ਰਿੰਟ ਵਾਲੀ, ਪਰ ਜਿਹੜੇ ਲੋਕ ਲੁੱਟ ਕਰ ਰਹੇ ਨੇ ਲੋਕਾਂ ਦੀ, ਜਿਹੜੇ 30 ਰੁਪਏ ਨਹੀਂ ਵੇਚ ਰਹੇ, ਹੁਣ ਇੱਕ ਵਿਚਾਰਾ ਅਨਪੜ੍ਹ ਹੈ, ਉਹ ਜਾ ਕੇ ਕਹਿੰਦਾ ਜੀ ਪੀਲੇ ਪੱਤੇ ਵਾਲੀ ਦਵਾਈ ਦੇ ਦਿਓ ਜੀ। ਹੁਣ ਇੱਥੋਂ ਤੱਕ ਕਿ ਲੋਕਾਂ ਨੂੰ ਤਾਂ ਕਈਆਂ ਨੂੰ ਵਿਚਾਰਿਆਂ ਨੂੰ ਨਾਮ ਵੀ ਨਹੀਂ ਪਤਾ, ਪਰ ਜਦੋਂ ਮੈਡੀਕਲ ਸਟੋਰ ਵਾਲੇ ਨੇ ਦੇਖਿਆ ਵੀ ਇਹਨੂੰ ਨੌਲੇਜ ਨਹੀਂ ਹੈਗੀ, ਉਹਨਾਂ ਤਾਂ ਪ੍ਰਿੰਟ ਦੇਖ ਕੇ ਜੀ 10 ਰੁਪਏ ਘੱਟ ਕਰਨੇ, ਬਾਪੂ ਜੀ ਲੈ ਜਾਓ। ਬਾਪੂ ਜੀ ਤਾਂ ਵਗੜੇ ਗਏ ਜੀ, ਸ਼ੀਸ਼ਾ ਭੰਨਤਾ ਜੀ ਗੱਡੀ ਦਾ, ਤੇ ਉਹਦੀ ਬੱਚੇ ਨੇ ਸ਼ੀਸ਼ਾ ਭੰਨਿਆ, ਉਹਦੀ ਮਾਤਾ ਬੱਚੇ ਨੂੰ ਅੰਦਰ ਲੈ ਕੇ ਵੜ ਗਈ, ਤੇ ਦੂਜੇ ਜਿਨ੍ਹਾਂ ਦਾ ਸ਼ੀਸ਼ਾ ਪੁੱਟਿਆ ਸੀ ਉਹ ਲੇਡੀ ਬਾਹਰ ਆਈ, ਉਹ ਰੋਲਾ ਪਾਉਣ ਲੱਗੀ। ਉਹ ਕਹਿੰਦੀ ਕਿ ਨਾ ਸਾਡੇ ਜਿਨ੍ਹਾਂ ਨੇ ਉਹਨਾਂ ਦਾ ਕੱਖ ਨਾ ਰਹੇ, ਜਿਨ੍ਹਾਂ ਸ਼ੀਸ਼ਾ ਭੰਨਤਾ ਉਹ ਕਰਤਾ, ਉਹ ਇੱਕੋ ਦਮ ਬਾਹਰ ਆਉਂਦੀ ਏ। ਉਹ ਕਹਿੰਦੀ ਤੂੰ ਗਾਲਾਂ ਕਿਵੇਂ ਕੱਢਦੀ ਮੇਰੇ ਬੇਟੇ ਨੂੰ? ਉਹ ਕਹਿੰਦੀ ਮੈਂ ਤਾਂ ਜਿਨ੍ਹਾਂ ਸ਼ੀਸ਼ਾ ਭੰਨਿਆ ਉਹਨੂੰ ਗਾਲਾਂ ਕੱਢ ਰਹੀ। ਸੋ ਤੁਸੀਂ ਤਾਂ 30 ਰੁਪਏ ਦੀ ਵੇਚ ਰਹੇ ਹੋ, ਫਿਰ ਤੁਸੀਂ ਕਿਉਂ ਭੜਕੇ ਹੋ? ਮੈਂ ਵਾਰ-ਵਾਰ ਇਸੇ ਗੱਲ ਤੇ ਆ ਰਿਹਾ, ਫੈਕਟ ਨਹੀਂ ਵੇਚ ਕਿਤੇ, ਉਹ ਚੀਜ਼ ਉਹਨੇ ਦੀ ਨਹੀਂ ਵਿਕ ਰਹੀ। ਜਿੱਥੇ ਜਿੱਥੇ ਵਿਕ ਰਹੀ ਹੈ, ਫਿਰ ਤੁਸੀਂ ਇੱਕ ਯੂਨੀਅਨ ਦੇ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਦੀਆਂ ਦੁਕਾਨਾਂ ਬੰਦ ਕਰਵਾਓਗੇ ਜੀ? ਤੁਹਾਡਾ ਇੱਕ ਬੰਦਾ ਜਾਏਗਾ ਜੀ ਸਾਡੇ ਨਾਲ, ਜਿਹੜਾ ਬੰਦਾ ਪ੍ਰਿੰਟ ਤੇ ਦੇ ਰਿਹਾ ਨਾ ਜੀ, ਜਿਹੜੀ ਚੀਜ਼ ਤੁਸੀਂ ਕਹਿੰਦੇ 30 ਦੀ ਵਿਕ ਰਹੀ ਹੈ, ਪਰ ਜੇ 105 ਦੀ ਦੇ ਦਿੱਤੀ ਜੀ, ਤਾਂ ਤੁਸੀਂ ਇਹ ਦਾਅਵਾ ਕਰੋ ਵੀ ਮੈਂ ਉਹਦੀ ਦੁਕਾਨ ਬੰਦ ਕਰਾ ਦਾਂਗਾ। ਅਸੀਂ ਉਹਨੂੰ ਇਹੀ ਸਮਝਾਉਂਦੇ ਹਾਂ ਜੀ ਵੀ ਤੂੰ 80 ਪ੍ਰਿੰਟ ਕਰਤਾ, ਵੇਚਣਾ ਅਸੀਂ 30 ਦਾ, ਤੂੰ 100-200 ਕਿਉਂ ਪ੍ਰਿੰਟ ਕਰਦਾ? ਸਾਨੂੰ ਪ੍ਰਿੰਟ ਘੱਟ ਦੇ, ਸਾਨੂੰ ਕੋਈ ਫਰਕ ਨਹੀਂ ਹੈ। ਜਿੰਦੂ ਵੀ ਤਾਂ ਇਹੀ ਕਹਿੰਦਾ, ਉਹਦੇ ਨਾਲ ਮਗਰ ਹੋਲੋ, ਸਗੋਂ ਤੁਸੀਂ ਖਿਲਾਫ ਹੋਗੇ ਜੀ। ਸੇਮ ਤੁਹਾਡੀ ਸੋਚ ਹੈ ਜੀ। ਸਾਡੀ ਸੇਮ ਸੋਚ ਹੈ। ਕੁਝ ਲੋਕ ਚੰਗੇ ਵੀ ਨੇ ਜਿਹਦੇ ਵਿੱਚ ਉਹ ਕਹਿ ਰਹੇ, ਕੁਝ ਲੋਕ ਕਹਿ ਰਹੇ ਨਾ ਉਹ ਸਿਰਫ 5 ਮਿੰਟ, ਕੁਝ ਲੋਕ ਤੁਹਾਡੇ ਵਰਗੇ ਹੀ ਨੇ, ਉਹ 5 ਮਿੰਟ ਤੁਸੀਂ ਤੇ ਉੱਠ ਕੇ ਆ ਗਏ। ਗਾਹਕ ਤਾਂ ਉਹੀ ਹੈ ਨਾ ਜੀ, ਕਸਟਮਰ ਤਾਂ ਘਟ ਗਿਆ। ਨਹੀਂ, ਸਾਡਾ ਅਜੇ ਨਹੀਂ ਫਰਕ ਪਿਆ, ਸਾਨੂੰ ਫਰਕ ਨਹੀਂ ਪਿਆ, ਪਰ ਕਸਟਮਰ ਤਾਂ ਉਹੀ ਰਹਿ ਗਿਆ। ਸਾਡੇ ਕੋਲ 6 ਬੰਦੇ ਕੰਮ ਕਰ ਰਹੇ ਜਾਂ 7 ਕਰ ਰਹੇ ਜਾਂ ਕਿਸੇ ਕੋਲ 4 ਕਰ ਰਹੇ, ਉਹ ਤਾਂ ਵਿਹਲੇ ਹੋ ਗਏ ਨਾ ਜੀ। ਤੁਹਾਨੂੰ ਫਰਕ ਨਹੀਂ ਪਿਆ, ਫਿਰ ਉਹ ਵਿਹਲੇ ਕਿਵੇਂ ਹੋ ਗਏ ਜੀ? 4 ਕੰਮ ਕਰਦੇ ਜਿਹੜੇ 5 ਕੰਮ ਕਰਦੇ। ਇਹ ਤੁਹਾਨੂੰ ਇਹਦਾ ਜਿਹੜਾ ਨਤੀਜਾ ਪਤਾ ਲੱਗੇ ਨਾ, ਉਹ ਪਤਾ ਲੱਗੇਗਾ 3 ਮਹੀਨੇ ਬਾਅਦ। ਜੇ ਆਪਾਂ ਅੱਜ ਕਹੀਏ ਅੱਜ ਹੀ ਅਸੀਂ ਮੁੰਡੇ ਕੱਢਦੇ, ਜਿਸ ਦਿਨ ਫਰਕ ਪੈ ਗਿਆ ਉਸ ਦਿਨ ਗੁਰੂ ਨਾਨਕ ਮੋਦੀ ਖਾਨੇ ਦਾ ਬੋਰਡ ਲਾ ਦਿਓ ਜੀ, ਦੇਖੋ ਫਿਰ ਗਾਹਕ ਆਉਂਦਾ। ਜਿੰਦੂ ਹੁਣ ਜੋ ਕੰਮ ਕਰ ਰਿਹਾ ਹੈ ਜੀ ਉੱਥੇ ਮੈਡੀਕਲ ਸਟੋਰ ਦੇ ਉੱਤੇ, ਮੋਦੀ ਖਾਨੇ ਦੇ ਉੱਤੇ, ਉਹ ਅਕੋਰਡਿੰਗ ਟੂ ਰੂਲ ਹੀ ਕਰ ਰਿਹਾ। ਫਾਰਮਾਸਿਸਟ ਤੇ ਹੈ ਉੱਥੇ? ਹਾਂ, ਫਾਰਮਾਸਿਸਟ ਹੋਏਗਾ ਕੋਈ, ਫਿਰ ਤਾਂ ਉਹਨੂੰ ਕਿਹੜਾ ਡਰ ਲੋੜ ਹੈ? ਜੇ ਸੋਚੋ 95% ਚੋਰ ਕਹਿਤਾ ਜੀ, ਤੇ ਤੁਸੀਂ ਤਾਂ ਆਪਣੇ ਆਪ ਨੂੰ 5% 'ਚ ਗਿਣ ਲਓ। ਸਰ ਅਸੀਂ 5 ਮਿੰਟ 'ਚ ਹੈਗੇ ਹਾਂ, ਪਰ ਅਸੀਂ ਪ੍ਰਧਾਨਗੀ ਕਰਦੇ ਹਾਂ। ਤੁਸੀਂ ਸਿਰਫ ਆਪਣੀ ਪ੍ਰਧਾਨਗੀ ਬਚਾਉਣ ਦੇ ਲਈ ਕਰ ਰਹੇ ਹੋ ਜੀ। ਲੋਕ ਇਹ ਕਹਿ ਰਹੇ ਆ ਵੀ ਜੇ ਜਿੰਦੂ ਦੇ ਉੱਤੇ ਕਾਰਵਾਈ ਹੁੰਦੀ ਹੈ ਤਾਂ ਅਸੀਂ ਘਰਾਂ 'ਚੋਂ ਉਤਰ ਕੇ 5 ਵਾਲਾ ਪੱਤਾ ਜਿਸ ਨੇ 250 ਦਾ ਦਿੱਤਾ ਹੋਊਗਾ, ਤੁਸੀਂ 30 ਦਾ ਦਿੱਤਾ, ਤੁਸੀਂ ਬਚ ਜਾਓਗੇ, ਪਰ ਜਿਹਨੇ 250 ਦਾ ਦਿੱਤਾ ਹੋਊਗਾ ਉਹ ਮੈਡੀਕਲ ਸਟੋਰਾਂ ਦੇ ਉੱਤੇ ਕਾਰਵਾਈ ਕਰਵਾਵਾਂਗੇ। ਗਵਰਨਮੈਂਟ ਨੇ 122 ਰੇਟ ਲਿਖਿਆ, ਕੀ ਕਾਰਵਾਈ ਕਰਵਾਓਗੇ? ਅਸੀਂ ਦੱਸਾਂਗੇ ਵੀ ਭਾਈ ਸਾਨੂੰ ਕਾਲੜਾ ਤਾਂ 30 ਰੁਪਏ ਦਾ ਦੇਈ ਜਾ ਰਿਹਾ, ਤੇ ਉਹ ਬੰਦਾ ਸਾਨੂੰ ਉਹੀ ਪ੍ਰਿੰਟ ਰੇਟ ਹੈ, ਉੱਥੇ 30 ਦਾ ਦੇ ਰਹੇ, ਉਹ 105 ਦਾ ਦੇ ਰਹੇ ਆ ਜੀ। ਹੁਣ ਮੈਂ ਤੁਹਾਡੀ ਗੱਲ ਤੇ ਆਉਂਦਾ ਜੀ, ਜਿਹੜੀ ਤੁਸੀਂ 30 ਰੁਪਏ ਵਾਲੀ ਕੀਤੀ ਸੀ, ਵੀ ਅਸੀਂ 30 ਰੁਪਏ ਦਾ ਦੇ ਰਹੇ ਹਾਂ ਸਾਰੇ ਲੋਕ, ਤੇ ਜੇ ਕਿਸੇ ਨੇ ਲੁੱਟ ਲਿਆ, ਕਾਰਵਾਈ ਕਰਵਾਉਣੀ ਹੋਈ, ਇੱਕ ਬੰਦੇ ਨੇ ਵੀ ਲੁੱਟ ਲਿਆ, ਫਿਰ ਕਾਰਵਾਈ ਨਹੀਂ ਕਰਵਾ ਸਕਦਾ, ਕਿਉਂਕਿ ਰੇਟ ਤਾਂ ਗਵਰਨਮੈਂਟ ਨੇ ਤੁਸੀਂ ਕਹਿੰਦੇ ਫਿਕਸ ਕੀਤਾ। ਉਸ ਖਿਲਾਫ ਤੇ ਬੋਲੋ ਨਾ। ਜਿਹੜੀ ਵੀ ਦਵਾਈ ਲਿਆਉਂਦੇ ਆ, ਬਹੁਤ ਸਾਰੇ ਮੈਡੀਕਲ ਸਟੋਰ ਅਜਿਹੇ ਆ ਜਿਹੜੇ ਬਿੱਲ ਨਹੀਂ ਦਿੰਦੇ ਜੀ। ਦੇਖੋ ਬਿੱਲ ਉਹ ਵੀ ਨਹੀਂ ਦੇ ਰਿਹਾ ਜੀ, ਉਹ ਵੀ ਨਹੀਂ ਦੇ ਰਿਹਾ, ਉਹ ਠੀਕ ਹੈ, ਉਹਦੇ ਤੇ ਵੀ ਉਹੀ ਕਾਰਵਾਈ। ਜਿਹੜਾ ਗਲਤ ਹੈ, ਚਾਹੇ ਉਹ ਬਲਜਿੰਦਰ ਸਿੰਘ ਜਿੰਦੂ ਹੈ ਜੀ, ਕਾਰਵਾਈ ਠੋਕ ਕੇ ਆਉਣੀ ਚਾਹੀਦੀ। ਇੱਕ ਇਲਜ਼ਾਮ ਲੱਗਦੇ ਆ ਵੀ ਡਾਕਟਰਾਂ ਨੂੰ ਕੰਪਨੀਆਂ ਕਹਿੰਦੀਆਂ ਵੀ ਤੁਸੀਂ ਸਾਡੀ ਦਵਾਈ ਲਿਖ ਦਿਓ, ਅਸੀਂ ਤੁਹਾਨੂੰ ਕਮਿਸ਼ਨ ਦੇਵਾਂਗੇ। ਇਸ ਕਿਉਂਕਿ ਕਮਿਸ਼ਨ ਤੇ ਸਟੋਰਾਂ ਵਾਲਿਆਂ ਕੋਲ ਆਉਂਦਾ ਹੈ ਅੱਧੇ ਪੈਸਾ ਜਿਹੜਾ, ਤੇ ਉਹ ਫਿਰ ਸਟੋਰਾਂ ਵਾਲੇ ਵੰਡਦੇ ਆ ਡਾਕਟਰਾਂ ਨੂੰ ਜੀ। ਇੰਨੀ ਦਿਨੀ ਮਾਮਲਾ ਦਵਾਈਆਂ ਦੇ ਰੇਟਾਂ ਨੂੰ ਲੈ ਕੇ ਜੋ ਬਲਜਿੰਦਰ ਸਿੰਘ ਜਿੰਦੂ ਵੱਲੋਂ ਗੁਰੂ ਨਾਨਕ ਮੋਦੀ ਖਾਨਾ ਜੋ ਚਲਾ ਰਹੇ ਨੇ, ਉਹਨਾਂ ਵੱਲੋਂ ਜੋ ਖੁਲਾਸੇ ਕੀਤੇ ਗਏ ਦਵਾਈਆਂ ਦੀਆਂ ਕੀਮਤਾਂ ਨੂੰ ਲੈ ਕੇ, ਉਹ ਕਾਫੀ ਜ਼ਿਆਦਾ ਭਖਿਆ ਹੋਇਆ। ਤੇ ਉਸ ਮਾਮਲੇ ਦੇ ਵਿੱਚ ਬਹੁਤ ਸਾਰੇ ਲੋਕ ਬਲਜਿੰਦਰ ਸਿੰਘ ਜਿੰਦੂ ਹੋਰਾਂ ਦਾ ਸਾਥ ਦੇ ਰਹੇ ਨੇ, ਤੇ ਬਹੁਤ ਸਾਰੇ ਜੋ ਮੈਡੀਕਲ ਸਟੋਰਸ ਵਾਲੇ ਨੇ ਉਹ ਬਲਜਿੰਦਰ ਸਿੰਘ ਜਿੰਦੂ ਨੂੰ ਅਧੂਰੀ ਜਾਣਕਾਰੀ ਕਹਿ ਕੇ ਇਹ ਕਹਿ ਰਹੇ ਨੇ ਵੀ ਬਲਜਿੰਦਰ ਸਿੰਘ ਜਿੰਦੂ ਦੂਜਿਆਂ ਦਾ ਵੀ ਨੁਕਸਾਨ ਕਰ ਰਹੇ ਨੇ, ਤੇ ਮੈਡੀਕਲ ਸਟੋਰਸ ਵਾਲਿਆਂ ਦੀ ਰੋਜ਼ੀ ਰੋਟੀ 'ਤੇ ਲੱਤ ਮਾਰੀ ਜਾ ਰਹੀ ਹੈ। ਸਾਡੇ ਨਾਲ ਇਸ ਵੇਲੇ ਲੁਧਿਆਣਾ ਦੇ ਸਾਊਥ ਜ਼ੋਨ ਤੋਂ ਕੈਮਿਸਟ ਯੂਨੀਅਨ ਦੇ ਪ੍ਰਧਾਨ ਸ੍ਰੀ ਰਾਕੇਸ਼ ਖਾਲੜਾ ਜੀ ਨੇ। ਇਹਨਾਂ ਦੀ ਦਲੀਲ ਸੁਣਦੇ ਆ, ਇਹਨਾਂ ਦਾ ਪੱਖ ਸੁਣਦੇ, ਤੇ ਇਹ ਕੀ ਕਹਿੰਦੇ ਆ, ਤੇ ਇਹਨਾਂ ਨੂੰ ਜੋ ਲੋਕਾਂ ਦੇ ਸਵਾਲ ਨੇ
ਉਹ ਵੀ ਆਪਾਂ ਜ਼ਰੂਰ ਕਰਾਂਗੇ। ਖੱਲੜ ਸਾਹਿਬ ਕੀ ਕਹਿੰਦੇ ਹੋ ਤੁਸੀਂ ਵੀ ਬਲਜਿੰਦਰ ਸਿੰਘ ਜਿੰਦੂ ਵੱਲੋਂ ਜੋ ਵੀਡੀਓ ਜਾਰੀ ਕੀਤਾ ਗਿਆ ਦਵਾਈਆਂ ਦੇ ਰੇਟਾਂ ਦੇ ਜਿੰਨੀਆਂ ਦੇ ਵੀ ਉਹਨਾਂ ਨੇ ਖੁਲਾਸੇ ਕੀਤੇ, ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਪਹਿਲੇ ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਾਂਗਾ ਜਿਹੜੇ ਉਹਨਾਂ ਨੇ ਖੁਲਾਸੇ ਕੀਤੇ ਨੇ ਉਹ ਕੁਝ ਚੰਦ ਆਈਟਮਾਂ 4 ਜਾਂ 5 ਮੈਂ ਕਹਿੰਦਾ ਉਹ ਟੇਬਲ ਤੇ ਆਣ ਆ ਕੇ ਜਿੰਨੀਆਂ ਦਵਾਈਆਂ ਸਾਰੀਆਂ ਉਹਨਾਂ ਦੇ ਬਹਿਸ ਕਰਨ ਬਜਾਏ ਉਹ ਇੱਕ 5 ਆਈਟਮਾਂ ਪ੍ਰੋਪਰ ਚੱਕ ਰਹੇ ਨੇ ਉਹਦੇ ਕਰ ਰਹੇ ਆ ਬੈਠਣ ਸਾਨੂੰ ਦੱਸਣ ਵੀ ਆਈਟਮਾਂ ਦੇ ਆ ਮਾਰਜਨ ਹੈ। ਸਿੰਪਲ ਆਪਾਂ 4 ਆਈਟਮਾਂ ਚੱਕ ਲਈਆਂ, ਮੈਂ ਕਹਿੰਦਾ ਜੀ ਇੱਕ ਆ ਚੱਕ ਲਿਆ ਜੀ ਪੱਤਾ ਚੱਕ ਲਿਆ ਟੌਨਿਕ ਦਾ, ਉਹ ਵੀ ਤੁਸੀਂ ਮੈਕਸੀ ਚੱਕ ਰਹੇ ਹੋ, ਚਲੋ ਠੀਕ ਹੈ ਉਹ 30 ਰੁਪਏ ਪੱਤਾ ਵਿਕ ਰਿਹਾ ਬਾਜ਼ਾਰ 'ਚ, ਜਿਹੜਾ ਉਹ ਕਹਿ ਰਹੇ ਜੀ 108 ਪ੍ਰਿੰਟ ਆ 30 ਰੁਪਏ ਪੱਤਾ ਉਹ ਬਾਜ਼ਾਰ 'ਚ ਵਿਕ ਰਿਹਾ, ਜਿੱਥੇ ਮਰਜ਼ੀ ਜਾ ਕੇ ਲੈ ਸਕਦੇ ਹੋ 90 ਰੁਪਏ ਡੱਬੀ, ਠੀਕ ਹੈ। ਔਰ ਉਹ ਇਸ ਵਾਸਤੇ ਸਾਨੂੰ ਵੇਚਣੀਆਂ ਪੈ ਰਹੀਆਂ ਕਿਉਂਕਿ ਕੋਈ ਐਕਸਪਾਇਰੀ ਬ੍ਰੇਕੇਜ ਸਭ ਕੁਝ ਅਸੀਂ ਉਹਨੂੰ ਕਵਰ ਕਰਨਾ ਹੈ, ਉਹਦੇ 'ਚ ਕੋਈ ਅਸੀਂ ਜ਼ਿਆਦਾ ਮਾਰਜਨ ਨਹੀਂ ਲੈ ਪਾ ਰਹੇ, ਸਿਰਫ ਉਹ ਐਕਸਪਾਇਰੀ ਬ੍ਰੇਕੇਜ ਹੁੰਦੀ ਹੈ, ਕੋਈ ਸਾਡੀ ਵਾਪਸ ਨਹੀਂ ਆਉਂਦੀ ਕਿ ਚੀਜ਼ਾਂ ਉਹ ਇਹ ਨਹੀਂ ਦੱਸ ਰਹੇ ਵੀ ਇਹਨਾਂ ਦੀ ਐਕਸਪਾਇਰੀ ਵੀ ਹੈ ਬ੍ਰੇਕੇਜ ਵੀ ਹੈ, ਇਹ ਸਿਰਫ ਇੱਕੋ ਚੀਜ਼ ਸ਼ੋਅ ਕਰ ਰਹੇ ਆ ਜੀ ਲਓ ਜੀ ਇਹਨਾਂ ਨੂੰ ਮਾਰਜਨ ਬਹੁਤ ਹੈ। ਚਲੋ ਮੈਂ ਕਹਿੰਦਾ 4 ਆਈਟਮਾਂ ਮਾਰਜਨ ਉਹਨਾਂ ਦੱਸਤਾ, ਉਹਨਾਂ ਨੇ ਪ੍ਰਿੰਟ ਦੱਸਤਾ 108 ਰੁਪਏ, ਕਿਆ ਉਹ ਬਾਜ਼ਾਰ ਗਏ ਉਹਨਾਂ ਨੇ ਉਹ ਚੀਜ਼ ਪਰਚੇਜ ਕੀਤੀ, ਸਾਡੇ ਕੋਲ ਆਓ ਆ ਕੇ ਦੁਕਾਨ 'ਤੇ ਚੀਜ਼ ਮੰਗਦੇ ਸਾਡੇ ਕੋਲ ਕੀ ਰੇਟ ਮਿਲਦੀ ਹੈ, ਅਸੀਂ ਤੁਹਾਨੂੰ ਦੱਸਦੇ ਵੀ ਕੀ ਰੇਟ ਹੈ ਜੀ, ਉਹ ਇਹ ਕਹਿ ਰਹੇ ਆ ਵੀ ਸਾਨੂੰ ਆਹ ਰੇਟ ਵੇਚ ਰਹੇ ਆ। ਕੌਣ ਵੇਚ ਰਿਹਾ ਲੁਧਿਆਣੇ 'ਚ? ਮੇਰੇ ਖਿਆਲ ਤਾਂ 95 ਪੰਜਾਬ ਲੈਵਲ ਦੀ ਗੱਲ ਕੀਤੀ, ਜਦੋਂ ਉਹਨਾਂ ਨੇ ਕੁਝ ਦਵਾਈਆਂ ਦੀ ਗੱਲ ਕੀਤੀ ਹੈ ਤੇ ਉਹਨਾਂ ਵਿੱਚੋਂ ਅਸੀਂ ਖਰੀਦੀਆਂ ਵੀ ਹੈ ਤੇ ਸਾਨੂੰ ਵਾਕਿਆ ਹੀ ਉਹ ਪ੍ਰਿੰਟ ਰੇਟ ਨਾਲੋਂ 10% ਘੱਟ ਰੇਟ ਤੇ ਮਿਲੀਆਂ, ਜਦੋਂ ਕਿ ਜਿੰਦੂ ਦਾ ਦਾਅਵਾ ਸੀ ਵੀ ਉਹ 5 ਰੁਪਏ ਦੀ ਪੈ ਰਹੀ ਹੈ ਤੇ ਉਹ 105 ਵਾਲੀ ਦਵਾਈ 95 ਦੀ ਦੇ ਰਹੇ ਆ ਜੀ ਸਾਨੂੰ। ਫਿਰ ਸਰ ਇਸ ਤਰ੍ਹਾਂ ਹੈ, ਆਪਾਂ ਹੁਣ ਚੱਲ ਪਾਂਗੇ ਜਦੋਂ ਤੁਸੀਂ ਕਹੋਗੇ ਤੁਸੀਂ ਟਾਈਮ ਕੱਢੋਗੇ ਮੈਨੂੰ ਨਾਲ ਲੈ ਚੱਲਿਓ, ਤੁਹਾਨੂੰ ਮੈਂ ਮਹੱਲਿਆਂ 'ਚ ਸਰਵੇ ਕਰਾ ਦਾਂਗਾ, ਜਾਵਾਂਗੇ ਆਪਾਂ ਉੱਥੇ ਜਾ ਕੇ ਇੰਨਾ ਕੰਪੀਟੀਸ਼ਨ ਹੈ। ਸਾਨੂੰ ਕਈ ਵਾਰੀ ਫੋਨ ਆਉਂਦਾ ਹੈ ਵੀ ਭਾਜੀ ਮੈਂ 90 ਰੁਪਏ ਦਾ ਮੈਕਸੀ ਦੀ ਡੱਬੀ ਦਿੱਤੀ ਹੈ, ਦੂਜੇ ਬੰਦੇ ਨੇ 80 ਦੇ ਦਿੱਤੀ, ਠੀਕ ਹੈ ਜੀ, ਇਹ ਭਾਈ ਸਾਹਿਬ ਕਹਿ ਰਿਹਾ ਜੀ ਉਹ 324 ਦੀ ਵੇਚ ਰਹੀ ਹੈ, ਠੀਕ ਹੈ। ਅਸੀਂ ਤਾਂ ਅੱਜ ਤੱਕ ਨਹੀਂ ਦੇਖੇ, ਅਸੀਂ ਤਾਂ ਖੁਦ ਵੇਚ ਰਹੇ ਹਾਂ, ਜਾਂ ਤਾਂ ਹੋਵੇ ਨਾ ਅਸੀਂ ਆਪਣੀ ਦੁਕਾਨਦਾਰੀ ਨਹੀਂ ਕਰ ਰਹੇ, ਅਸੀਂ ਸਾਡੇ ਕੋਲ ਤੁਸੀਂ ਆ ਜਾਓ ਖੜ੍ਹ ਜਾਓ, ਕੋਈ ਬੰਦਾ ਆ ਕੇ ਕਹਿ ਦੇ ਵੀ ਅਸੀਂ 300 ਰੁਪਏ ਡੱਬੀ ਵੇਚੀ ਹੈ ਜਾਂ ਅਸੀਂ ਉਹਨਾਂ ਕੋਲ 300 ਮੰਗਦੇ ਹਾਂ, ਫਿਰ ਅਸੀਂ ਜ਼ਿੰਮੇਵਾਰ ਹਾਂ। ਤੇ ਆਪਾਂ ਨੂੰ ਮਤਲਬ ਕਿ ਜਿੰਦੂ ਨੇ ਜੋ ਖੁਲਾਸੇ ਕੀਤੇ ਆ ਮੈਡੀਕਲ ਸਟੋਰਸ ਵਾਲੇ, ਉਸ ਕਰਕੇ ਜਿੰਦੂ ਦੇ ਖਿਲਾਫ ਭੜਕੇ ਹੋਏ ਨੇ ਜਾਂ ਕਾਰਨ ਕੋਈ ਹੋਰ ਹੈ? ਕਾਰਨ ਮੇਨ ਇਹ ਹੈ ਜੀ ਉਹਨਾਂ ਨੇ ਸੱਚੀ ਤਸਵੀਰ ਪੇਸ਼ ਨਹੀਂ ਕੀਤੀ। ਸਵੇਰ ਤੋਂ ਸ਼ਾਮ ਤੱਕ ਅਗਰ ਇੱਕ ਕੈਮਿਸਟ ਜਿਹਦੀ 4000 ਦੀ ਸੇਲ ਹੈ ਉਹਦੇ 'ਚੋਂ ਇਹ ਜਿਹੜੀਆਂ ਦਵਾਈਆਂ ਵੱਧ ਤੋਂ ਵੱਧ ਵੇਚ ਲੈਂਦਾ ਹੋਏਗਾ 500 ਦੀ 600 ਦੀ, ਠੀਕ ਹੈ। ਬਾਕੀ ਸਾਰੀ ਜਿਵੇਂ ਇਲੈਕਟ੍ਰੋਨ ਵਿਕ ਗਿਆ, ਕੁਝ ਚੀਜ਼ਾਂ ਆਪਣੇ ਕਹਿ ਲਓ ਜਿਸ ਤਰ੍ਹਾਂ ਸੈਰਲੈਕ ਹੈ, ਇਲੈਕਟ੍ਰੋਨ ਹੋ ਗਿਆ, ਉਹਦੇ 'ਚ ਤੁਹਾਡੇ ਪਾਊਡਰ ਆ ਗਏ, ਬੇਬੀ ਪਾਊਡਰ ਆ ਗਏ ਜੌਨਸਨ ਦੇ, ਮੇਰੇ ਖਿਆਲ 1.5-2 ਹਜ਼ਾਰ ਦੀ ਬੰਦਾ ਅੱਜ ਕੱਲ੍ਹ ਉਹ ਉਹਨਾਂ ਨੇ ਕਾਸਮੈਟਿਕ ਜ਼ਿਆਦਾ ਪਾਈ, ਕਿਉਂ ਦਵਾਈਆਂ ਪਹਿਲਾਂ ਇੰਨੀ ਉਹਨਾਂ ਦੀਆਂ ਸੇਲ ਇੰਨੀਆਂ ਹੋ ਰਹੀਆਂ, ਉਹ ਕਾਸਮੈਟਿਕ ਦੇ ਸਿਰ ਤੇ ਚੱਲ ਰਹੇ ਇਸ ਟਾਈਮ। ਔਰ ਕਾਸਮੈਟਿਕ ਦੇ ਮਾਰਜਨ ਸਭ ਨੂੰ ਪਤਾ ਹੈ, ਅਗਰ ਉਹ ਓਰੀਜਨਲ ਵੇਚ ਰਿਹਾ ਹੈ ਸਾਡਾ ਕੈਮਿਸਟ ਤਾਂ 10% ਤੋਂ ਵੱਧ ਮਾਰਜਨ ਕੋਈ ਨਹੀਂ ਦੇ ਰਹੀ ਕੰਪਨੀ, 8% 10%। ਉਹਦੇ 'ਚ ਵੀ ਅਗਰ ਇਲੈਕਟ੍ਰੋਨ 320 ਪ੍ਰਿੰਟ ਹੈ ਤੇ 310 ਸੇਲ ਕਰ ਦਿੰਦਾ। ਕਈ ਸਾਡੇ ਤਾਂ ਇਹੋ ਜਿਹੇ ਬੈਠੇ ਨੇ ਮਹੱਲਿਆਂ 'ਚ ਜਿਹੜੇ 305 ਵੀ ਵੇਚ ਜਾਂਦੇ ਨੇ, 295 ਆਇਆ 305 ਵੇਚਤਾ, ਉਹਦੇ ਉੱਤੇ ਲਿਫਾਫਾ ਲੱਗਦਾ ਭਾਜੀ 1 ਰੁਪਏ ਦਾ ਅੱਜ ਕੱਲ੍ਹ ਜੋ ਗੌਰਮੈਂਟ ਦਾ, ਠੀਕ ਹੈ। ਫਿਰ ਉਹ ਸ਼ਾਮ ਨੂੰ ਏਸੀ ਚਲਾ ਕੇ ਬੈਠਦਾ, 8000 ਰੁਪਏ ਦਾ ਏਸੀ ਖਰਚਾ ਹੈ ਹਰ ਮਹੀਨੇ, ਜਿਹੜਾ ਆਪਾਂ ਮਤਲਬ ਪੈਣਾ ਹੀ ਪੈਣਾ। ਤੁਸੀਂ ਹੁਣ ਲੋਕਡਾਊਨ ਰਿਹਾ ਫਿਰ ਵੀ ਤੁਹਾਨੂੰ ਬਿਜਲੀ ਬਿੱਲ ਭਰਨੇ ਪਏ ਆ, ਠੀਕ ਹੈ ਜੀ। ਅਗਰ ਉਹ 4000 ਚੋਂ ਘਰ 700 ਰੁਪਇਆ ਲੈ ਜਾਂਦਾ ਕਮਾ ਕੇ ਤੇ ਕੀ ਉਹ ਮਾੜਾ ਕਰ ਰਿਹਾ? ਅੱਜ ਇੱਕ ਮਜ਼ਦੂਰ 800-900 ਦਿਹਾੜੀ ਲੈ ਰਿਹਾ, ਅਗਰ ਉਹ ਸ਼ਾਮ ਨੂੰ ਸਵੇਰੇ ਬੈਠਦਾ ਨਾ 500 ਦਿਹਾੜੀ ਲੈਂਦਾ, ਸ਼ਾਮ ਨੂੰ ਅਗਰ 3 ਘੰਟੇ ਵੱਧ ਕੰਮ ਕਰਦਾ ਨਾ 300 ਰੁਪਏ ਨਾਲ ਲੈ ਕੇ ਜਾਂਦਾ, ਜਦ ਕਿ ਸਾਡਾ ਕੈਮਿਸਟ ਕਈ ਵਾਰੀ ਤਾਂ ਪੱਲਿਓ ਪਾ ਕੇ ਜਾਂਦਾ। ਕਾਰਨ ਹੈ ਵੀ ਕਸਟਮਰ ਆ ਜਾਂਦਾ, ਉਹ ਦਵਾਈ ਨਵੀਂ ਮੰਗ ਲੈਂਦਾ ਕੋਈ, ਹੁਣ ਜਦੋਂ ਨਵੀਂ ਦਵਾਈ ਉਹ ਮੰਗੇਗਾ ਤੇ ਉਹਦੀ ਵੀ ਇਨਵੈਸਟਮੈਂਟ ਉਹਦੀ ਵਧਣੀ ਹੈ। ਉਹ ਜੇ ਤੁਸੀਂ ਕਹਿੰਦੇ ਹੋ ਵੀ ਸਿਰਫ 700 ਰੁਪਏ ਦਿਹਾੜੀ ਪਾਉਂਦੇ ਹੋ ਤੇ ਮੇਰੇ ਹਿਸਾਬ ਦੇ ਨਾਲ ਫਿਰ ਦੁਕਾਨਾਂ ਦੇ ਉੱਤੇ ਗੁਰੂ ਨਾਨਕ ਮੋਦੀਖਾਨੇ ਦਾ ਬੋਰਡ ਨਹੀਂ ਲਗਾ ਲੈਣਾ ਚਾਹੀਦਾ, ਕਿਉਂਕਿ ਲੋਕ ਉੱਥੇ ਭੀੜ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਜੇ 2-2 ਰੁਪਏ ਵੀ ਤੁਸੀਂ ਮਾਰਜਨ ਰੱਖ ਲਿਆ ਜੀ ਤੇ ਇੰਨੀ ਭੀੜ ਲੋਕਾਂ ਦੀ ਦਿਸ ਰਹੀ ਹੈ ਤੇ ਉਸ ਹਿਸਾਬ ਦੇ ਨਾਲ ਤੇ ਤੁਸੀਂ ਦੁਕਾਨਾਂ ਦੀਆਂ ਮਤਲਬ ਕਿ ਆਪਣੀ ਲੇਬਰ ਦੇ ਖਰਚੇ ਕੱਢ ਕੇ ਵੀ ਰੋਜ਼ ਦਾ 3-4 ਹਜ਼ਾਰ ਜੇਬ 'ਚ ਪਾਓਗੇ, ਫਿਰ ਮੋਦੀਖਾਨੇ ਦੇ ਨਾਂ 'ਤੇ ਚਲਾ ਲਓ ਜੀ ਜੇ ਤੁਹਾਡਾ ਘੱਟ ਹੈ ਮਾਰਜਨ। ਮੈਂ ਤਾਂ ਉਹਨਾਂ ਨੂੰ ਆਫਰ ਦਿੱਤੀ ਜੀ ਆ ਕੇ ਬੈਠੋ, ਮੈਂ ਤੁਹਾਨੂੰ 1000 ਦੁਕਾਨ ਦੇਣਾ ਲੁਧਿਆਣੇ 'ਚ, ਠੀਕ ਹੈ। ਬਾਕੀਆਂ ਦੀ ਇਨਵੈਸਟਮੈਂਟ ਜ਼ਿਆਦਾ ਹੈ, ਹੁਣ ਇਨਵੈਸਟਮੈਂਟ ਜਿਹੜਾ ਜ਼ਿਆਦਾ ਕਰੇਗਾ ਉਹ ਥੋੜ੍ਹਾ ਬਹੁਤ ਜ਼ਿਆਦਾ ਕਮਾਈ ਕਰੇਗਾ। ਮੈਂ ਸਾਰੀ ਦਵਾਈ ਇਹਦੇ ਵਿੱਚ ਲੈ ਰਿਹਾ, ਇਹਦੇ 'ਚ ਲੈ ਰਿਹਾ ਉਹ ਦੁਕਾਨਦਾਰ ਜਿਹੜੇ ਮੱਲਿਆਂ 'ਚ ਬੈਠੇ ਆ, ਕਿਉਂਕਿ ਇਹਨਾਂ ਨੇ ਇਹ 5 ਦਵਾਈਆਂ ਜਿਹੜੀਆਂ ਜਿੰਦੂ ਨੇ, ਮੈਂ ਕਹਿੰਦਾ ਚਲੋ ਕੀਤੇ ਜ਼ਿਆਦਾ ਹੈ, ਮੈਂ 5 ਮੰਨ ਲੈਂਦਾ, 5 ਦਵਾਈਆਂ ਦੇ ਖੁਲਾਸੇ ਕੀਤੇ ਨੇ ਜਿਨ੍ਹਾਂ ਦੇ, ਕਿ ਉਹ ਨਜਾਇਜ਼ ਆ ਜਾਂ ਫਿਰ ਉਹ ਗਲਤ ਕੀਤਾ ਜੀ ਉਹਨੇ? ਦੇਖੋ ਨਜਾਇਜ਼ ਨਹੀਂ ਹੈ, ਉਹਨੇ ਇੱਕ ਪਹਿਲੂ ਦਿਖਾਤਾ ਜੀ ਆਹ ਚੀਜ਼ ਵੇਚ ਰਹੇ ਆ, ਠੀਕ ਹੈ। ਉਹਨੇ ਇਹ ਨਹੀਂ ਦੱਸਿਆ ਵੀ ਇਹ ਹੁਣ ਜਿਹੜੀ ਚੀਜ਼ 30 ਦੀ ਵਿਕਰੀ ਬਾਜ਼ਾਰ 'ਚ, ਹਾਂਜੀ ਠੀਕ ਹੈ, ਜਾਂ ਓਮਨੀ ਜਲਦੀ ਹੈ, ਉਹ ਕਹਿੰਦੇ ਜੀ ਮੈਂ 32 ਲੈ ਕੇ ਆਇਆ, ਠੀਕ ਹੈ। ਜੇ ਕੋਈ 45 ਜਾਂ 50 ਵੇਚ ਲੈਂਦਾ ਬੰਦਾ, ਠੀਕ ਹੈ,
ਉਹਦੇ 'ਚ ਕੋਈ ਤੁਸੀਂ 30 ਵੇਚ ਰਹੇ ਹੋ ਭਾਜੀ 105 ਵਾਲੀ ਚੀਜ਼ ਜਿਹੜੀ ਤੁਹਾਨੂੰ 5 ਰੁਪਏ ਦੀ ਪੈ ਰਹੀ ਹੈ ਜਾਂ 15 ਦੀ ਪੈ ਰਹੀ ਹੈ, ਤੁਸੀਂ ਚਲੋ 30 ਰੁਪਏ ਵੇਚ ਰਹੇ ਹੋ ਲੇਬਰ ਦੇ ਖਰਚੇ ਕੱਢ ਕੇ ਵੀ। ਤੁਸੀਂ ਤੇ ਮਤਲਬ ਕਿ ਉਹਨੇ ਕਿਹਾ ਵੀ ਕਈ ਚੋਰ ਲੋਕ, ਤੇ ਜਿਹੜੇ ਚੋਰ ਲੋਕ ਅੱਜ ਮੰਨ ਲਓ ਹੁਣ ਇੱਕ ਗੱਡੀ ਹੈ ਜੀ, ਗੱਡੀ ਦਾ ਕਿਸੇ ਨੇ ਸ਼ੀਸ਼ਾ ਭੰਨਤਾ, ਮੈਂ ਇੱਕ ਐਗਜ਼ਾਮਪਲ ਆਪਣੀ ਦਿੰਦਾ, ਗੁਆਂਢੀਆਂ ਨੇ ਸ਼ੀਸ਼ਾ ਭੰਨਤਾ ਜੀ ਗੱਡੀ ਦਾ, ਤੇ ਉਹਦੀ ਬੱਚੇ ਨੇ ਸ਼ੀਸ਼ਾ ਭੰਨਿਆ, ਉਹਦੀ ਮਾਤਾ ਬੱਚੇ ਨੂੰ ਅੰਦਰ ਲੈ ਕੇ ਵੜ ਗਈ, ਤੇ ਦੂਜੇ ਜਿਨ੍ਹਾਂ ਦਾ ਸ਼ੀਸ਼ਾ ਫੁੱਟਿਆ ਸੀ ਉਹ ਲੇਡੀ ਬਾਹਰ ਆਈ, ਉਹ ਰੋਲਾ ਪਾਉਣ ਲੱਗ ਗਈ, ਉਹ ਕਹਿੰਦੀ ਕਿ ਨਾ ਸਾਡੇ ਜਿਨ੍ਹਾਂ ਨੇ ਉਹਨਾਂ ਦਾ ਕੱਖ ਨਾ ਰਹੇ, ਜਿਨ੍ਹਾਂ ਸ਼ੀਸ਼ਾ ਭੰਨਤਾ ਉਹ ਕਰਤਾ, ਉਹ ਇੱਕੋ ਦਮ ਬਾਹਰ ਆਉਂਦੀ ਏ, ਉਹ ਕਹਿੰਦੀ ਤੂੰ ਗਾਲਾਂ ਕਿਵੇਂ ਕੱਢਦੀ ਮੇਰੇ ਬੇਟੇ ਨੂੰ, ਉਹ ਕਹਿੰਦੀ ਮੈਂ ਤਾਂ ਜਿਹਨਾਂ ਸ਼ੀਸ਼ਾ ਭੰਨਿਆ ਉਹਨੂੰ ਗਾਲਾਂ ਕੱਢ ਰਹੀ। ਸੋ ਤੁਸੀਂ ਤਾਂ 30 ਰੁਪਏ ਦੀ ਵੇਚ ਰਹੇ ਹੋ, ਫਿਰ ਤੁਸੀਂ ਕਿਉਂ ਭੜਕੇ ਹੋ? ਦੇਖੋ ਇਸ ਤਰ੍ਹਾਂ ਹੈ, ਉਹਨਾਂ ਨੇ ਇਹ ਨਹੀਂ ਕਿਹਾ, ਉਹਨਾਂ ਨੇ ਕਿਹਾ ਚੋਰ, ਉਹਨੇ ਇਹ ਨਹੀਂ ਕਿਹਾ ਵੀ ਕਈ ਚੋਰ, ਇੱਕ ਹੁੰਦਾ ਬੰਦਾ ਕਈ ਵਿੱਚ ਉਹਨੇ ਕਿਹਾ ਵੀ ਸਾਰੇ ਵੀ ਨਹੀਂ ਹੈ। ਨਹੀਂ, ਉਹਨੇ ਬਿਲਕੁਲ ਨਹੀਂ ਕਿਹਾ ਸਾਰੇ ਨਹੀਂ ਕਿਹਾ, ਇਹ ਗੱਲ ਉਹਨੇ ਬਿਲਕੁਲ ਨਹੀਂ ਕਹੀ। ਅਸੀਂ ਮੈਂ ਵੀਡੀਓ ਪੂਰੀ ਸੁਣੀ ਉਹਨੇ। ਅੱਛਾ। ਉਹ ਕਹਿੰਦੇ ਇਹ ਚੋਰ ਬਜ਼ਾਰੀ ਕਰ ਰਹੇ ਸਾਰੇ ਕੈਮਿਸਟ। ਠੀਕ ਹੈ ਜੀ। ਭੜਕਣ ਦੀ ਗੱਲ ਜਿੱਥੋਂ ਕਹਿ ਗਈ ਹੈ, ਦੇਖੋ ਉਹਦੇ 'ਚ ਇਹ ਹੈ ਵੀ ਜੇ ਅਸੀਂ ਉਹ ਚੀਜ਼ 108 ਵੇਚਦੇ ਹੁੰਦੇ ਨਾ, ਅਸੀਂ ਭੜਕ ਦੇਣਾ। ਸਾਡੇ ਭੜਕਣ ਦਾ ਮੇਨ ਕਾਰਨ ਇਹੀ ਹੈ ਵੀ ਅਸੀਂ ਪਹਿਲਾਂ ਹੀ ਉਹ ਚੀਜ਼ਾਂ ਲੈਸ 'ਤੇ ਵੇਚ ਰਹੇ ਹਾਂ। ਇਹ ਬੰਦਾ ਪਬਲਿਕ ਨੂੰ ਗਲਤ ਗੁੰਮਰਾਹ ਕਰ ਰਿਹਾ ਹੈ ਵੀ ਹਾਂਜੀ ਇਹ ਇੰਨੇ ਭਾਅ 'ਤੇ ਵੇਚ ਰਹੇ ਆ। ਯਾਰ ਇੱਕ ਚੀਜ਼ ਮੈਂ ਕਹਿੰਦਾ 15 ਰੁਪਏ ਦੀ ਆਈ, ਹੁਣ ਤੁਸੀਂ ਜੈਨਿਕ ਦੇ ਲਓ, ਉਹ 8 ਰੁਪਏ ਪੱਤਾ ਦਿਖਾ ਰਿਹਾ। ਜੈਨਿਕ 'ਚ ਡਿਫਰੈਂਸ ਹੈ, ਇੱਕ ਪੱਤਾ ਜਿਹੜਾ ਉਹ 8 ਰੁਪਏ ਦਿਖਾ ਰਿਹਾ, ਉਹੀ ਪੱਤਾ ਆਪਾਂ ਜੈਨਿਕ ਬਾਜ਼ਾਰ ਲਵਾਂਗੇ 17 ਰੁਪਏ ਦਾ ਵੀ ਮਿਲਦਾ ਉਹ ਜੈਨਿਕ 'ਚ। ਠੀਕ ਹੈ, ਉਹ ਜੇ 17 ਵਾਲਾ ਪੱਤਾ ਲੈ ਕੇ 30 ਵੇਚ ਰਿਹਾ, ਇਹ 8 ਵਾਲਾ ਪੱਤਾ ਲੱਭ ਕੇ ਲੈ ਕੇ ਆਇਆ। ਉਹ ਕੋਈ ਜੈਨਰਿਕ ਦਾ ਕੋਈ ਖੁਲਾਸਾ ਨਹੀਂ, ਕਿਉਂਕਿ ਜੈਨਰਿਕ ਜਿਹਦਾ ਬ੍ਰਾਂਡ ਨੇਮ ਟ੍ਰੇਡਮਾਰਕ ਹੋ ਗਿਆ ਉਹ ਜੈਨਰਿਕ ਥੋੜੀ ਹੈ ਜੀ। ਦੇਖੋ ਜੀ ਬ੍ਰਾਂਡ ਨੇਮ ਲੋਕਲ ਕੰਪਨੀ ਕਹਿ ਸਕਦੇ ਹੋ। ਨਹੀਂ, ਲੋਕਲ ਕੰਪਨੀ ਨਹੀਂ ਹੈ, ਵਧੀਆ ਸਟੈਂਡਰਡ ਕੰਪਨੀ ਆ ਰਹੀ ਹੈ। ਸਿਪਲਾ ਹੁਣ ਸਟੈਂਡਰਡ ਆਪਾਂ ਲੋਕਲ ਥੋੜਾ ਕਹਿ ਸਕਦੇ ਜੀ। ਠੀਕ ਹੈ, ਉਹ ਜੈਨਿਕ ਵੀ ਆ ਰਹੇ ਆ, ਉਹ ਉਹਦੇ 'ਚ ਵੀ ਆ ਰਹੇ ਆ, ਪਰ ਜੈਨਿਕ ਪ੍ਰੋਡਕਟ ਕੋਈ ਡਾਕਟਰ ਲਿਖ ਰਿਹਾ। ਇਹਨਾਂ ਨੂੰ ਨੈਕਸਸ ਤੋੜਨਾ ਹੈ। ਸਾਨੂੰ ਗੁੱਸਾ ਇਸ ਗੱਲ ਦਾ 95% ਕੈਮਿਸਟ ਨੂੰ ਨੈਕਸਸ ਤੋੜਨਾ। ਲੋੜ ਤਾਂ ਬੰਦੇ ਨੂੰ ਉੱਥੇ ਪੈਂਦੀ ਹੈ ਜਦੋਂ ਐਮਰਜੈਂਸੀ ਹਸਪਤਾਲ ਦਾਖਲ ਹੁੰਦਾ। ਠੀਕ ਹੈ, ਸਾਡੇ ਕੋਲ ਤਾਂ ਜਦੋਂ ਆਉਂਦਾ ਉਹ ਕਿੱਥੋਂ ਟਰਾਈ ਵੀ ਕਰ ਲੈਂਦਾ ਰੇਟ ਦਾ। ਜਦੋਂ ਹੁਣ ਮੰਨ ਲਓ ਇੱਕ ਬੰਦੇ ਐਕਸੀਡੈਂਟ ਆਇਆ, ਉਹ ਮੈਂ ਖੁਦ ਇੱਕ ਆਪਣੇ ਬੰਦੇ ਨੂੰ ਲੈ ਗਿਆ, ਸਰ ਉਹਨਾਂ ਨੇ ਉਹ ਚੀਜ਼ਾਂ 1200 ਦਿੱਤੀਆਂ। ਠੀਕ ਹੈ, ਹੁਣ ਉਹਦੀ ਵੈਲਿਊ ਕੀ ਸਾਨੂੰ ਨਹੀਂ ਪਤਾ। ਠੀਕ ਹੈ, ਇਹ ਗੱਲ ਕਰ ਰਹੇ ਹੈ ਵੀ ਕੈਮਿਸਟ ਆਮ ਕੈਮਿਸਟ ਕਿੱਥੋਂ ਕਰ ਲੇਗਾ ਚੋਰੀ? ਜਿਹੜਾ ਹਸਪੀਟਲ ਹੈ ਮੌਕੇ 'ਤੇ ਐਮਰਜੈਂਸੀ 'ਚ ਤੁਸੀਂ ਦੇਖੋ ਜਾ ਕੇ ਵੀ ਕਿੱਦਾਂ ਲੈਂਦੇ ਪੈਸੇ। ਅੱਜ ਕੋਵਿਡ-19 ਚੱਲ ਰਿਹਾ, ਕੋਈ ਉਹਦਾ ਇਲਾਜ ਨਹੀਂ ਹੈ। ਠੀਕ ਹੈ, ਫਿਰ ਵੀ 3-3 ਲੱਖ ਰੁਪਏ ਬਿੱਲ ਬਣ ਰਿਹਾ। ਕੋਈ ਕੈਮਿਸਟ ਬਿੱਲ ਲੈ ਰਿਹਾ, ਉਹ ਬਿੱਲ ਤਾਂ ਅੰਦਰਲੇ ਹੀ ਲੈ ਰਹੇ ਨਾ ਡਾਕਟਰ ਜਿਹੜੇ ਬਣੇ ਹੋਏ ਨੇ ਅੰਦਰ, ਜਿਹੜੇ ਜੋ ਨੈਕਸਿਸ ਬਣਿਆ ਆ। ਹੁਣ ਨੈਕਸਿਸ ਤੋੜਨ ਜਾਣ, ਉੱਥੇ ਲੈਣ ਉਹਨਾਂ ਦੇ ਡਰੱਗ ਸਟੋਰ ਲੈਣ, ਫਿਰ ਦਿਖਾਣ। ਹੁਣ ਤੁਸੀਂ 4 ਚੀਜ਼ਾਂ ਦਿਖਾਤੀਆਂ ਸਾਨੂੰ ਵੀ ਜੀ ਆਹ ਮਾਰਜਨ ਹੈ, ਪਰ ਤੁਸੀਂ ਇਹ ਤਾਂ ਦਿਖਾਇਆ ਨਹੀਂ ਵੀ ਇਹ 30 ਰੁਪਏ ਵਿਕ ਰਹੀ ਹੈ। ਭਾਜੀ ਮੈਂ ਤੁਹਾਨੂੰ ਬਿਲਕੁਲ ਸਹੀ ਮੰਨਦਾ ਜੀ। ਇੱਥੇ ਤੁਸੀਂ 30 ਰੁਪਏ ਦੀ ਚੀਜ਼ ਵੇਚਦੇ ਹੋ 105 ਪ੍ਰਿੰਟ ਵਾਲੀ, ਪਰ ਜਿਹੜੇ ਲੋਕ ਲੁੱਟ ਕਰ ਰਹੇ ਨੇ ਲੋਕਾਂ ਦੀ, ਜਿਹੜੇ 30 ਰੁਪਏ ਨਹੀਂ ਵੇਚ ਰਹੇ, ਹੁਣ ਇੱਕ ਵਿਚਾਰਾ ਅਨਪੜ੍ਹ ਹੈ, ਉਹ ਜਾ ਕੇ ਕਹਿੰਦਾ ਜੀ ਪੀਲੇ ਪੱਤੇ ਵਾਲੀ ਦਵਾਈ ਦੇ ਦਿਓ ਜੀ। ਹੁਣ ਇੱਥੋਂ ਤੱਕ ਕਿ ਲੋਕਾਂ ਨੂੰ ਤਾਂ ਕਈਆਂ ਨੂੰ ਵਿਚਾਰਿਆਂ ਨੂੰ ਨਾਮ ਵੀ ਨਹੀਂ ਪਤਾ, ਪਰ ਜਦੋਂ ਮੈਡੀਕਲ ਸਟੋਰ ਵਾਲੇ ਨੇ ਦੇਖਿਆ ਵੀ ਇਹਨੂੰ ਨੌਲੇਜ ਨਹੀਂ ਹੈਗੀ, ਉਹਨਾਂ ਤਾਂ ਪ੍ਰਿੰਟ ਦੇਖ ਕੇ ਜੀ 10 ਰੁਪਏ ਘੱਟ ਕਰਨੇ, ਬਾਪੂ ਜੀ ਲੈ ਜਾਓ। ਬਾਪੂ ਜੀ ਤਾਂ ਵਿਗੜੇ ਗਏ ਜੀ। ਫਿਰ ਤੁਸੀਂ ਠੀਕ ਹੋ, ਪਰ ਦੂਜਿਆਂ ਦੀ ਲੁੱਟ ਤੋਂ ਕਿਵੇਂ ਬਚਾ ਸਕੋਗੇ ਤੁਸੀਂ ਲੋਕਾਂ ਨੂੰ? ਸਰ ਮੈਂ ਤੁਹਾਨੂੰ ਉਹੀ ਬਾਰ-ਬਾਰ ਗੱਲ ਕਰ ਰਿਹਾ। ਹਾਂਜੀ। ਹੁਣ ਡਿਗਰਮ ਪਲੱਸ ਹੈ ਜੀ, ਛੋਟੀ ਆਈਟਮ ਹੈ। ਹਾਂਜੀ। ਕੀ ਉਹ ਬੰਦਾ 6.5-7 ਰੁਪਏ ਬਾਜ਼ਾਰ 'ਚੋਂ ਪੱਤਾ ਮਿਲਦਾ, 10 ਦਾ ਪੱਤਾ ਵੇਚਦਾ, ਜਦ ਕਿ ਛੋਲਿਆਂ ਤਰ੍ਹਾਂ ਵਿਕਦੀ ਉਹ ਵਾਲੀ। ਠੀਕ ਹੈ, ਉਹਦੇ 'ਚ ਨਹੀਂ ਮਾਰਜਨ ਕਮਾ ਰਿਹਾ, ਉਹ ਇਹਨਾਂ 'ਚ ਚੀਜ਼ਾਂ 'ਚ ਕਿੱਥੇ ਕਮਾ ਲੇਗਾ? ਤੁਸੀਂ ਪੂਰੀ ਐਵਰੇਜ ਲਾਓ। ਮੈਂ ਕਹਿੰਦਾ ਮੱਲੇ ਦੁਕਾਨਾਂ ਜਿਨ੍ਹਾਂ 4000 ਦੀ ਸੇਲ ਹੈ, ਉਹ 1000 ਰੁਪਇਆ ਵੀ ਜੇਬ 'ਚ ਨਹੀਂ ਪਾ ਕੇ ਲੈ ਕੇ ਜਾਂਦੇ ਸ਼ਾਮ ਨੂੰ। ਮੇਰੀ ਇਹ ਦਾਵਾ ਇੱਥੇ ਬੈਠ ਕੇ ਜਿੰਦੂ ਜੀ ਕਹਿ ਰਹੇ ਨਾ, ਉਹ 4000 ਦੀ ਸੇਲ 4000 ਦੀ ਉਹ ਆਈਟਮਾਂ ਦੀ ਨਹੀਂ ਹੁੰਦੀ। ਉਹ ਕਹੇ 4000। ਹਾਂ, ਮੈਂ ਹਸਪੀਟਲ ਮੰਨ ਸਕਦਾ ਵੀ ਉੱਥੇ ਜਿਹੜਾ ਅਸੀਂ ਆਪ ਖੁਦ IV ਸੈੱਟ ਜਿਹੜਾ ਹੈ 15 ਵੇਚਦੇ ਹਾਂ, ਹਸਪੀਟਲ ਜਾਓ ਤੁਹਾਨੂੰ 75 ਰੁਪਏ 80 ਰੁਪਏ ਮਿਲਦਾ। ਠੀਕ ਹੈ, ਜਿੰਦੂ ਨੂੰ ਅਸੀਂ ਕਹਿੰਦੇ ਤੁਸੀਂ ਅੰਦਰ ਜਾ ਕੇ ਡਰੱਗ ਸਟੋਰ ਲਾਓ, ਕਰੋ ਕੰਮ। ਸਾਨੂੰ ਉਹਨਾਂ ਦੇ ਕੰਮ ਨਾਲ ਨਹੀਂ, ਅਸੀਂ ਕਹਿੰਦੇ ਪਬਲਿਕ ਦਾ ਫਾਇਦਾ ਹੋਣਾ ਚਾਹੀਦਾ। ਪਰ ਪਬਲਿਕ ਦਾ ਫਾਇਦਾ ਹੁਣ ਤੁਸੀਂ 1500 ਪਰਿਵਾਰ ਭੁੱਖਾ ਮਾਰਤਾ, ਪਰ ਉਹਨਾਂ ਨੂੰ ਤਾਂ ਫਰਕ ਹੀ ਨਹੀਂ ਪਿਆ ਹਸਪੀਟਲ ਨੂੰ। ਮੰਨ ਲਓ ਤੁਸੀਂ ਜਿਹੜਾ ਬੰਦਾ ਮੌਕੇ 'ਤੇ ਬਿਮਾਰ ਹੋਇਆ, ਉਹ ਹਸਪਤਾਲ ਦਾਖਲ ਹੋਇਆ, ਉਹਦੇ 'ਤੇ ਕੀ ਕਰ ਰਹੇ ਹੋ ਤੁਸੀਂ ਕਾਰਵਾਈ? ਉਹਦੇ 'ਤੇ ਕੋਈ ਗੱਲ ਹੀ ਨਹੀਂ ਹੈ, ਉਹਦੇ 'ਤੇ ਗੱਲ ਹੀ ਨਹੀਂ ਕਰ ਰਹੇ। ਉਹ ਗੱਲ ਕਰ ਰਹੇ ਜੀ ਹਾਂਜੀ ਆਹ 4 ਆਈਟਮਾਂ ਦਿਖਾਤੀਆਂ, ਬਾਕੀ ਆਓ ਲੈਕਟੋਨ ਲਿਆਓ, ਤੁਸੀਂ ਬਾਕੀ ਲੈ ਕੇ ਆਓ। ਉਹਦੇ ਜਿੰਦੇ 8 ਮਿੰਟ ਮਾਰਜਨ ਹੈ, ਉਹਦੇ 'ਚੋਂ ਅਸੀਂ 3 ਜਾਂ 4 ਮਿੰਟ ਤੱਕ ਕਸਟਮਰ ਨੂੰ ਕੱਟ ਰਹੇ ਹਾਂ। ਉਹ ਤਾਂ ਚੀਜ਼ਾਂ 'ਚ ਅਸੀਂ ਦਿਖਾ ਹੀ ਨਹੀਂ ਰਹੇ। ਕਈ ਆਈਟਮਾਂ ਗੌਰਮੈਂਟ ਨੇ ਜਿਹੜੇ ਵਧੇ ਰੇਟ ਸੀ DPC ਪ੍ਰੋਡਕਟ ਲੈ ਕੇ ਆਉਂਦੇ, 14 ਮਿੰਟ ਦਾ ਮਾਰਜਨ ਛੱਡਤਾ ਸਾਡਾ ਸਾਰਾ, 15 ਮਿੰਟ ਲੈਸ ਹੋਣ ਲੱਗ ਗਿਆ। ਛੋਟਾ ਦੁਕਾਨਦਾਰ ਤਾਂ ਪਹਿਲਾਂ ਹੀ ਵੱਡੇ ਨੇ ਮਾਰਦਾ ਸੀ। ਕਰਿਆਨੇ ਦੀ ਦੁਕਾਨ ਦੇ ਵਿੱਚ ਭਾਜੀ ਵੱਖਰੇ ਤਰ੍ਹਾਂ ਦਾ ਸਮਾਨ ਪਿਆ, ਪਰ ਝਾੜੂ ਆਪਾਂ ਇੱਕ ਵੈਸੇ ਲਾ ਰਿਹਾ ਮੈਂ ਉਦਾਹਰਨ ਦੇ ਤੌਰ ਤੇ, ਝਾੜੂ ਪਿਆ ਇੱਕ, ਤੇ ਝਾੜੂ ਦੀ ਕੋਸਟ ਸਾਡੇ ਕੋਲ ਆਉਂਦੀ ਹੈ ਜੀ ਸਿਰਫ 10 ਰੁਪਏ ਬਣਾਉਣ ਦੇ ਉੱਤੇ, ਤੇ ਉਹ ਵਿਕ 170 ਦਾ ਰਿਹਾ। ਤੇ ਕੀ ਜੇ ਕੋਈ ਗਾਹਕ ਆ ਕੇ ਉਸ ਦੇ ਉੱਤੇ ਕੰਪਨੀ ਦੇ ਉੱਤੇ ਕਲੇਮ ਕਰੇ ਜਾਂ ਉਸ ਝਾੜੂ ਦੇ ਉੱਤੇ ਵੀ ਸਵਾਲ ਕਰੇ, ਤਾਂ ਇਹ ਤਾਂ ਜਾਇਜ਼ ਆ ਨਾ? ਜੇ 5 ਦਵਾਈਆਂ ਦੇ ਉੱਤੇ ਵੀ ਮੈਂ ਕਹਿੰਦਾ ਸਵਾਲ ਕਰੇ ਆ ਉਹਨੇ, ਤੈਨੂੰ ਨਜਾਇਜ਼ ਕਿਉਂ ਕਹਿ ਰਹੇ ਹੋ? ਕਹਿ ਰਹੇ ਸਵਾਲ ਜਾਇਜ਼ ਆ ਉਹਨਾਂ ਦਾ, ਸਵਾਲ ਨਜਾਇਜ਼ ਨਹੀਂ ਮੈਂ ਕਹਿ ਰਿਹਾ, ਪਰ ਉਹਨਾਂ ਨੇ ਫੈਕਟ ਨਹੀਂ ਪੇਸ਼ ਕੀਤੇ।
ਮੈਂ ਵਾਰ-ਵਾਰ ਆਪਾਂ ਇਸੇ ਗੱਲ ਤੇ ਆ ਰਹੇ ਹਾਂ, ਫੈਕਟ ਨਹੀਂ ਪੇਸ਼ ਕੀਤੇ। ਉਹ ਚੀਜ਼ ਉਹਨੇ ਦੀ ਨਹੀਂ ਵਿਕਰੀ, ਜਿੰਨੇ ਦੀ ਉਹ ਚੀਜ਼ ਕਹਿ ਰਹੇ ਉਹ ਚੀਜ਼ ਨਹੀਂ ਵਿਕਰੀ ਬਾਜ਼ਾਰ। ਤੁਸੀਂ ਨਹੀਂ, ਉਹੀ ਮੈਂ ਵਾਰ-ਵਾਰ ਕਹਿ ਰਿਹਾ ਵੀ ਨਹੀਂ ਵੇਚ ਰਹੇ ਹੋ, ਤੁਸੀਂ ਨਹੀਂ ਵੇਚ ਰਹੇ ਹੋ, ਤੁਸੀਂ ਠੀਕ ਹੋ, ਪਰ ਜਿਹੜੇ ਵੇਚ ਰਹੇ ਆ ਉਹ ਤੇ ਲੋਕਾਂ ਦੀ ਲੁੱਟ ਕਰ ਰਹੇ। ਤੁਸੀਂ ਇੱਕ ਇਨਸਾਨੀਅਤ ਦੇ ਤੌਰ ਤੇ ਬਾਕੀ ਕੈਮਿਸਟ ਦੇ ਨਾਲ ਜਿੱਥੇ ਜਿੱਥੇ ਵਿਕ ਰਹੀ ਹੈ, ਫਿਰ ਤੁਸੀਂ ਇੱਕ ਯੂਨੀਅਨ ਦੇ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਦੀਆਂ ਦੁਕਾਨਾਂ ਬੰਦ ਕਰਵਾਓਗੇ ਜੀ? ਦੇਖੋ ਜ਼ਰੂਰ ਹੋਏਗੀ, ਬੰਦ ਕਿਉਂ ਨਹੀਂ ਹੋਏਗੀ। ਪਹਿਲੀ ਦੂਜੀ ਗੱਲ ਇਹ ਹੈ, ਅਸੀਂ ਤੁਹਾਨੂੰ ਲਿਆ ਕੇ ਦਵਾਂਗੇ, ਮਿਲ ਕੇ ਤੁਹਾਡਾ ਇੱਕ ਬੰਦਾ ਜਾਏਗਾ ਜੀ ਸਾਡੇ ਨਾਲ, ਜਿਹੜਾ ਬੰਦਾ ਪ੍ਰਿੰਟ ਤੇ ਦੇ ਰਿਹਾ ਨਾ ਜੀ, ਜਿਹੜੀ ਚੀਜ਼ ਤੁਸੀਂ ਕਹਿੰਦੇ 30 ਦੀ ਵਿਕ ਰਹੀ ਹੈ, ਪਰ ਜੇ 105 ਦੀ ਦੇ ਦਿੱਤੀ ਜੀ, ਤਾਂ ਤੁਸੀਂ ਇਹ ਦਾਵਾ ਕਰੋ ਵੀ ਮੈਂ ਉਹਦੀ ਦੁਕਾਨ ਬੰਦ ਕਰਾ ਦਾਂਗਾ। ਇਹ ਦਾਵਾ ਹੈ ਮੇਰਾ, ਇੱਥੇ ਬੈਠ ਕੇ ਦਾਵਾ ਕਰ ਰਹੇ ਹਾਂ ਵੀ ਕੋਈ ਬੰਦਾ ਨਹੀਂ ਵੇਚ ਰਿਹਾ। ਜੇ ਵੇਚੇਗਾ ਤੇ ਉਹ ਅਸੀਂ ਉਹਦੇ ਨਾਲ ਕਾਰਵਾਈ ਕਰਾਂਗੇ, ਉਹਦੇ ਖਿਲਾਫ। ਪੱਕਾ ਰਿਹਾ ਜੀ, ਔਨ ਰਿਕਾਰਡ ਹੈ ਜੀ, ਬੰਦੀ ਕਾਰਵਾਈ ਹੋਏਗੀ। ਹਾਂ ਠੀਕ ਹੈ ਜੀ, ਕਿਉਂਕਿ ਕੋਈ ਬੰਦਾ ਨਹੀਂ ਇਸ ਤਰ੍ਹਾਂ ਵੇਚ ਰਿਹਾ। ਠੀਕ ਹੈ ਜੀ। ਦੂਜੀ ਗੱਲ ਆ ਗਈ ਪੰਜਾਬ ਭਰ ਦਾ ਜੀ। ਹਾਂ, ਪੰਜਾਬ ਲੁਧਿਆਣੇ ਦਾ। ਮੈਂ ਲੁਧਿਆਣੇ ਦੀ ਗੱਲ ਕਰ ਰਿਹਾ ਜੀ। ਮੇਰੇ ਜਿਹੜੇ ਕੈਮਿਸਟ ਹੈ ਮੇਰੇ, ਉਹ ਬਿਲਕੁਲ ਅਸੀਂ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਬਚਾਉਣਾ ਜੀ। ਪੰਜਾਬ ਦੀ ਵੀ ਗੱਲ ਕਰ ਰਹੇ ਹਾਂ, ਆਪਾਂ ਪੰਜਾਬ ਦੀ ਗੱਲ ਕਰ ਰਹੇ ਹਾਂ। ਠੀਕ ਹੈ ਜੀ, ਠੀਕ ਹੈ ਜੀ, ਆਪਾਂ ਪੰਜਾਬ ਦੀ ਗੱਲ ਕਰ ਰਹੇ ਹਾਂ। ਕੋਈ ਉਹ ਰੇਟ ਜਿਹੜੀ ਚੀਜ਼ਾਂ ਉਹ ਦਿਖਾ ਰਹੇ ਨੇ, ਉਹ ਚੀਜ਼ਾਂ ਜਾ ਕੇ ਦੇਖੋ। ਜਿਹੜਾ ਉਹ 419 ਦਾ ਟੀਕਾ ਦਿਖਾ ਰਹੇ ਨਾ, 500 ਤੋਂ ਬਾਅਦ ਟੀਕਾ ਕੋਈ ਕੈਮਿਸਟ ਨਹੀਂ ਵੇਚ ਰਿਹਾ। ਹਾਂ, ਅੰਦਰ ਨਹੀਂ ਮੈਂ ਵਾਅਦਾ ਕਰ ਰਿਹਾ, ਪਰ ਬਾਹਰ ਤੁਸੀਂ ਵਾਅਦਾ ਕਰ ਰਹੇ ਆ ਵੀ ਉਹ ਕੋਸ਼ਿਸ਼ 500 ਤੋਂ ਬਾਅਦ ਨਹੀਂ ਵੇਚ ਰਿਹਾ ਟੀਕਾ ਕੋਈ ਵੀ। ਪਰ ਅੰਦਰ ਵੀ ਤਾਂ ਭਾਜੀ ਪ੍ਰਿੰਟ ਰੇਟ ਦੇ ਨਾਲ ਹੀ ਤਾਂ ਘਪਲਾ ਸ਼ੁਰੂ ਹੋ ਜਾਂਦਾ ਅੰਦਰ ਵੀ। ਸਾਰੇ ਹੁਣ ਗਵਰਨਮੈਂਟ ਚਾਹੀਦਾ ਨਾ। ਫਿਰ ਉਹੀ ਤਾਂ ਹੁਣ ਮੰਨ ਲਓ ਗਵਰਨਮੈਂਟ ਨੇ ਪਿੱਛੇ 365 ਸਾਲਟ ਡੀਪੀਸੀ ਲੈ ਆਂਦੇ ਪ੍ਰੋਡਕਟਾਂ 'ਚ। ਠੀਕ ਹੈ, ਉਹ ਗਵਰਨਮੈਂਟ ਨੇ ਕੀਤਾ ਨਾ। ਠੀਕ ਹੈ ਨਾ। ਹੁਣ ਗਵਰਨਮੈਂਟ ਨੇ ਲੈ ਆਂਦਾ ਡੀਪੀਸੀ 'ਚ, ਵਿਕਣੇ ਸ਼ੁਰੂ ਹੋ ਗਏ ਨਾ ਘੱਟ ਰੇਟ 'ਚ। ਸਾਡਾ ਮਾਰਜਨ ਉਹਨਾਂ ਨੇ 14% ਫਿਕਸ ਕਰਤਾ ਨਾ ਜੀ। ਠੀਕ ਹੈ, ਹੁਣ 14 ਵਿੱਚੋਂ 15 ਤਾਂ ਅਸੀਂ ਇਹ ਕੱਟ ਰਹੇ ਹਾਂ ਕਈ ਆਈਟਮਾਂ 'ਚੋਂ। ਜਦੋਂ ਕਸਟਮਰ ਸਾਡੇ ਕੋਲ ਆਉਂਦਾ ਹੈ, ਹੁਣ 22% ਵਾਲੀ ਵੀ ਆਈਟਮ ਲੈਂਦਾ ਹੈ, ਉਹ 14% ਵਾਲੀ ਵੀ ਆਈਟਮ ਲੈਂਦਾ ਹੈ। ਜੋ ਦਵਾਈਆਂ ਵੀ ਤੁਸੀਂ ਆਪਣੀ ਚਲੋ ਇੱਕ ਜ਼ਮੀਰ ਜਾਗ ਦੇ ਤੌਰ ਤੇ ਤੁਸੀਂ ਤੇ ਕਰੀ ਜਾਂਦੇ ਹੋ, ਬਾਕੀ ਕਈ ਲੁੱਟੀ ਜਾਂਦੇ ਆ, ਤੇ ਤੁਸੀਂ ਇਹੀ ਅਪੀਲ ਕਰ ਦਿਓ ਵੀ ਭਾਈ ਜਿਹੜੀ ਦਵਾਈ ਸਾਨੂੰ 5 ਦੀ ਪੈਂਦੀ ਹੈ ਉਹਦਾ ਪ੍ਰਿੰਟ ਰੇਟ ਭਾਈ 30 ਦਾ ਕਰ ਦਿਓ, 25 ਦਾ ਕਰ ਦਿਓ, ਜਿੰਨੇ ਤੱਕ ਤੁਹਾਨੂੰ ਜਾਇਜ਼ ਲੱਗਦਾ ਉਨੀ ਅਪੀਲ ਕਰ ਦਿਓ ਜੀ। ਦੇਖੋ ਜੀ, ਅਸੀਂ ਸਾਡੀ ਤਾਂ ਪਹਿਲਾਂ ਹੀ ਹੈ, ਤੁਸੀਂ ਸਾਨੂੰ ਆ ਕੇ ਬੈਠੋ ਮੇਰੇ ਕੋਲ ਕਿੰਨੇ ਫੋਨ ਆਉਂਦੇ ਆ ਵੀ ਭਾਜੀ ਮੈਂ 30 ਰੁਪਏ ਵੇਚਿਆ ਪਤਾ ਮੈਕਸੀਜ਼ ਦਾ, ਨਾਲ ਦੇ ਨੇ 28 ਰੁਪਏ ਦੇਤਾ ਜਾਂ 30 ਰੁਪਏ। ਮੈਂ ਡਾਕਟਰ ਮੁਲਤਾਨੀ ਜੀ ਹੈਗੇ ਨੇ, ਸਿਵਲ ਸਰਜਨ ਰਿਟਾਇਰਡ ਨੇ, ਮੈਂ ਉਹਨਾਂ ਨੂੰ ਗੱਲ ਕੀਤੀ ਤੇ ਉਹਨਾਂ ਨੇ ਦੱਸਿਆ ਹਾਮੀ ਭਰੀ ਤੇ ਵੀ ਜਿਹੜੀਆਂ ਲੋਕਲ ਕੰਪਨੀਆਂ ਨੇ ਉਹਨਾਂ ਦਾ ਜਿਹੜੀ ਦਵਾਈ ਨਹੀਂ ਵਿਕਦੀ, ਮੰਨ ਲਓ ਇੱਕ ਸਿਪਲਾ ਦੀ ਵਧੀਆ ਦਵਾਈ ਹੈਗੀ ਉਹਦੇ ਨਾਲ ਦਾ ਹੀ ਕੈਮੀਕਲ, ਤੇ ਲੋਕਲ ਕੰਪਨੀਆਂ ਕੈਮਿਸਟ ਕਹਿੰਦੇ ਨੇ ਵੀ ਜੀ ਤੁਸੀਂ ਕਰੋ 5 ਵਾਲੀ ਦਵਾਈ ਦਾ ਸਾਨੂੰ 250 ਪ੍ਰਿੰਟ ਦੇ ਦਿਓ, ਅਸੀਂ ਵੇਚਾਂਗੇ ਤੁਹਾਡੀ। ਸਰ ਅਸੀਂ ਤਾਂ ਅੱਜ ਤੱਕ ਸਾਡੇ ਕੋਲ ਜਿਹੜਾ ਆਇਆ, ਅਸੀਂ ਉਹਨੂੰ ਇਹੀ ਸਮਝਾਉਂਦੇ ਹਾਂ ਜੀ ਵੀ ਤੂੰ 80 ਪ੍ਰਿੰਟ ਕਰਤਾ, ਵੇਚਣਾ ਅਸੀਂ 30 ਦਾ, ਤੂੰ 100 200 ਕਿਉਂ ਪ੍ਰਿੰਟ ਕਰਦਾ, ਸਾਨੂੰ ਪ੍ਰਿੰਟ ਘੱਟ ਦੇ, ਸਾਨੂੰ ਕੋਈ ਫਰਕ ਨਹੀਂ ਹੈ। ਜਿੰਦੂ ਵੀ ਤਾਂ ਇਹੀ ਕਹਿੰਦਾ ਉਹਦੇ ਨਾਲ ਮਗਰ ਹੋਲੋ, ਸਗੋਂ ਤੁਸੀਂ ਖਿਲਾਫ ਹੋਗੇ ਜੀ। ਸੇਮ ਤੁਹਾਡੀ ਸੋਚ ਹੈ ਜੀ। ਸਾਡੀ ਸੇਮ ਸੋਚ ਹੈ। ਪਰ ਦੇਖੋ ਜੇ ਅਸੀਂ ਬੈਠੇ ਅੱਜ, ਉਹ ਅੱਜ ਉਹਨਾਂ ਨੇ ਕੰਮ ਸ਼ੁਰੂ ਕਰ ਲਿਆ। ਹਾਂਜੀ, ਉਹ ਕਹਿੰਦੇ ਮੈਂ ਆਹ ਪਾ ਲੈ ਕੇ ਆਇਆ, ਆਪ ਇਹ ਵੇਚਣਾ ਪ੍ਰਿੰਟ, ਮੈਨੂੰ ਆਹ ਰੇਟ ਆਇਆ, ਮੈਂ ਇਹੀ ਰੇਟ ਵੇਚਣਾ। ਠੀਕ ਹੈ ਜੀ। ਹੁਣ ਉਹਨਾਂ ਨੂੰ ਫੰਡ ਆ ਰਿਹਾ, ਗੋਲਕ ਲਾ ਲਈ ਉਹਨਾਂ ਨੇ ਬਾਹਰ। ਠੀਕ ਹੈ ਜੀ। ਮੇਰੇ ਇੱਕ ਆਪਣੇ ਖੁਦ ਵਾਕਫ ਬੰਦਾ 11,000 ਰੁਪਏ ਉੱਥੇ ਉਹਨੂੰ ਡੋਨੇਸ਼ਨ ਦੇ ਕੇ ਆਇਆ ਬੰਦਾ ਉਸ ਜੀ। ਠੀਕ ਹੈ, ਉਹ 11,000 ਰੁਪਏ ਦੇ ਕੇ ਆਏ। ਉਹ 11,000 ਕਮਾਈ ਨਹੀਂ ਤਾਂ ਕੀ ਹੈ, ਮੈਨੂੰ ਦੱਸਿਆ ਜਾਵੇ। ਜੇ ਉਹਨਾਂ ਨੇ ਅਸੀਂ ਉਹ ਤਾਂ ਕਹਿ ਰਹੇ ਵੀ ਉਹਦੇ ਵਿੱਚੋਂ ਵੀ ਅਸੀਂ 1-2% ਜਿਹੜਾ 1-2 ਰੁਪਏ ਆਪਾਂ ਰੱਖ ਕੇ ਵੀ ਸਾਡੇ ਖਰਚੇ ਨਿਕਲ ਜਾਂਦੇ ਆ, ਵੀ ਅਸੀਂ ਮਾਰਜਿਨ ਰੱਖ ਰਹੇ ਆ, ਘਾਟੇ 'ਚ ਨਹੀਂ ਵੇਚ ਰਹੇ, ਵੀ 1-2 ਰੁਪਏ ਰੱਖ ਕੇ ਵੇਚ ਰਹੇ ਆ ਵੱਧ। ਭਾਜੀ ਨਹੀਂ, ਮੈਂ ਕਹਿੰਦਾ ਉਹ ਰੇਟ ਟੂ ਰੇਟ ਵੇਚ ਰਹੇ ਹੁਣ। ਮੈਂ ਨਹੀਂ ਕਹਿੰਦਾ 2 ਰੁਪਏ ਕਮਾ ਰਹੇ, ਮੈਂ ਨਹੀਂ ਕਹਿੰਦਾ ਉਹਦੇ 2 ਰੁਪਏ ਕਮਾ ਰਹੇ, 1,000 ਰੁਪਇਆ ਕਮਾ ਰਹੇ, ਮੈਂ ਨਹੀਂ ਕਹਿ ਰਿਹਾ। ਮੈਂ ਤਾਂ ਉਸ ਪਾਸੇ ਆਂਦਾ ਹੀ ਨਹੀਂ ਪਿਆ ਵੀ ਉਹ ਕਮਾ ਨਹੀਂ ਰਹੇ। ਮੈਂ ਕਹਿੰਦਾ ਨਹੀਂ ਕਮਾ ਰਹੇ, ਮੈਂ ਕਹਿੰਦਾ ਨਹੀਂ, ਬਿਲਕੁਲ ਜੋ ਪਾਇਆ ਉਹ ਪਾ ਦੇ ਰਹੇ ਆ। ਉਸ ਪਾਸੇ ਤਾਂ ਅਸੀਂ ਆਂਦੇ ਹੀ ਨਹੀਂ ਆ। ਸਾਨੂੰ ਮੇਨ ਹੈ ਵੀ ਉਹ ਬੰਦਾ ਡੋਨੇਸ਼ਨ 'ਚ ਕਿੰਨਾ ਕਮਾ ਰਿਹਾ। ਤੁਸੀਂ ਇਹ ਦੇਖੋ, ਮੈਂ ਕਹਿੰਦਾ ਡੋਨੇਸ਼ਨ 'ਚ ਉਹ ਸਾਡੇ ਤੋਂ ਜ਼ਿਆਦਾ ਕਮਾ ਰਿਹਾ। ਅਗਰ ਸਾਡੀ ਸੇਲ 'ਚ ਅਸੀਂ 5,000 ਕਮਾ ਰਹੇ ਨਾ, ਤੇ ਉਹ 'ਚ 50,000 ਕਮਾ ਰਿਹਾ ਹੋਊਗਾ ਉਸ ਕੰਮ 'ਚ। ਇਹ ਮੇਰਾ ਦਾਵਾ ਹੈ, ਕਿਉਂਕਿ ਸਾਡੇ ਕਈ ਬੰਦੇ ਆਪ ਖੁਦ ਡੋਨੇਸ਼ਨ ਪਾ ਕੇ ਆਏ ਨੇ। 700 ਦੀ ਦਵਾਈ ਬਣੀ, 300 ਰੁਪਏ ਉਹਦਾ ਦੇ ਆਏ। ਠੀਕ ਹੈ, 700 ਦਵਾਈ ਦਾ ਅਸੀਂ 800 ਲੈ ਰਹੇ ਹਾਂ, ਤੇ ਉਹ ਚੁੱਭ ਰਿਹਾ ਕਸਟਮਰ। ਉਹ 300 ਰੁਪਏ ਦਾ ਡੋਨੇਸ਼ਨ ਜਾ ਰਹੀ, ਉਹ ਕਿੱਥੇ ਜਾ ਰਹੀ ਜੀ? 33,000 ਰੁਪਏ ਦਾ ਗੱਲਾਂ ਉਹਨੇ ਮੈਨੂੰ ਕੱਲ੍ਹ ਦਿਖਾਇਆ ਉਹਨਾਂ ਨੇ ਉਹਦੇ 'ਚ। ਲੋਕ ਘਰ ਜਾਂ ਜ਼ਿਲ੍ਹੇ ਪਿੰਡ ਇਲਾਕੇ ਵਿੱਚ ਗੁਰੂ ਨਾਨਕ ਮੋਦੀ ਖਾਨੇ ਖਿਲਾਉਣ ਦੀ ਗੱਲ ਕਰਨ ਲੱਗੇ। ਇਸ ਕਰਕੇ ਸਟੋਰ ਵਾਲਿਆਂ ਨੂੰ ਕੋਈ ਉਹ ਤਾਂ ਨਹੀਂ ਹੋ ਗਿਆ ਵੀ ਯਾਰ ਸਾਡੇ ਤਾਂ ਕੰਮ ਹੀ ਬੰਦ ਹੋ ਜਾਣੇ? ਫਿਰ ਭਾਜੀ ਕੰਮ ਬੰਦ ਵਾਲਾ ਤਾਂ ਚਲੋ ਉਹ ਹੋਣਗੇ, ਕਿਉਂ ਅਸੀਂ ਮਾਰਜਨ ਲੈ ਕੇ ਵੇਚਣਾ ਥੋੜ੍ਹਾ ਜਿਹਾ। ਉਹਨਾਂ ਨੇ ਮਾਰਜਨ ਨਹੀਂ ਲੈਣਾ। ਠੀਕ ਹੈ, ਪਰ ਮਾਰਜਨ ਦੀ ਬਜਾਏ ਜਿਹੜਾ ਉਹਨਾਂ ਨੂੰ ਡੋਨੇਸ਼ਨ ਆਣੀ ਹੈ, ਉਹ ਕਿਸ ਮਤਲਬ ਪਾਸੇ ਜਾਏਗੀ? ਉਹ ਵੀ ਤਾਂ ਕਮਾਈ ਹੈ। ਜੇ ਤੁਹਾਨੂੰ 10 ਰੁਪਏ ਮਾਰਜਨ ਆ ਰਿਹਾ, ਜੇ ਤੁਸੀਂ ਗੁਰੂ ਨਾਨਕ ਮੋਦੀ ਖਾਨਾ ਹੀ ਉਹਦਾ ਹੀ ਸਪੋਰਟ ਕਰਦੇ ਹੋ, ਤਾਂ 1 ਰੁਪਇਆ ਵੀ ਚਲੋ 10 ਤੋਂ ਤੁਹਾਡਾ 1 ਰਹਿ ਜਾਂਦਾ, ਪਰ ਤੁਹਾਡੀ ਸੇਲ ਤਾਂ ਆਟੋਮੈਟਿਕ ਵੱਧਦੀ ਹੈ ਨਾ ਜੀ। ਦੇਖੋ ਆਟੋਮੈਟਿਕ ਸੇਲ ਵੱਧ ਜਾਏਗੀ। ਜਿਹੜੇ ਲੜਕੇ 6,000 ਰੱਖੇ ਹੋਏ ਆ, ਕਿੰਨੀ ਸੇਲ ਵੱਧ ਜਾਏਗੀ? ਜੇ ਸੇਲ ਵਧੇਗੀ, ਕੰਮ ਤਾਂ ਉਨਾ ਹੀ ਹੈ ਬਾਜ਼ਾਰ 'ਚ। ਗੁਰੂ ਨਾਨਕ ਮੋਦੀ ਖਾਨੇ ਦੇ ਵਿੱਚ ਬਾਕੀ ਮੈਡੀਕਲ ਸਟੋਰਾਂ ਨਾਲੋਂ 20 ਗੁਣਾ ਵੀ ਉੱਥੇ ਪਬਲਿਕ ਦੇਖੀ ਹੈ ਭਾਜੀ। ਉਹ 20 ਗੁਣਾ ਜਿਹੜੀ ਪਬਲਿਕ ਵੱਧ ਗਈ, ਉਹ ਕਿੱਥੋਂ ਨਿਕਲਿਆ? ਇਹ ਵੀ ਤਾਂ ਦੇਖੋ ਨਾ, ਉਹ 20 ਗੁਣਾ ਵੱਧ ਗਈ। ਪਰ ਜਿਹੜੀ ਇੱਧਰੋਂ
ਗਾਹਕ ਤਾਂ ਉਹੀ ਹੈ ਨਾ ਜੀ, ਕਸਟਮਰ ਤਾਂ ਤੁਹਾਡਾ ਘਟ ਗਿਆ। ਨਹੀਂ ਸਾਡਾ ਅਜੇ ਨਹੀਂ ਫਰਕ ਪਿਆ, ਸਾਨੂੰ ਫਰਕ ਨਹੀਂ ਪਿਆ, ਪਰ ਕਸਟਮਰ ਤਾਂ ਉਹੀ ਰਹਿ ਗਿਆ। ਸਾਡੇ ਕੋਲ 6 ਬੰਦੇ ਕੰਮ ਕਰ ਰਹੇ ਜਾਂ 7 ਕਰ ਰਹੇ ਜਾਂ ਕਿਸੇ ਕੋਲ 4 ਕਰ ਰਹੇ, ਉਹ ਤਾਂ ਵਿਹਲੇ ਹੋ ਗਏ ਨਾ ਜੀ, ਆਪਾਂ ਦੂਜੇ ਪਾਸੇ ਆ ਰਹੀਏ। ਬੇਰੁਜ਼ਗਾਰੀ ਤੁਹਾਨੂੰ ਫਰਕ ਨਹੀਂ ਪਿਆ ਫਿਰ ਉਹ ਵਿਹਲੇ ਕਿਵੇਂ ਹੋ ਗਏ ਜੀ? 4 ਕੰਮ ਕਰਦੇ ਜਿਹੜੇ 5 ਕੰਮ ਕਰਦੇ। 5 ਕੰਮ ਭਾਜੀ, ਮੇਰਾ ਕੰਮ ਚੱਲਦਾ ਹੋਊਗਾ ਮੈਂ ਤਾਂ 5 ਬੰਦੇ ਰੱਖੂਗਾ, ਜੇ ਮੇਰਾ ਕੰਮ ਨਹੀਂ ਚੱਲਦਾ ਮੈਂ ਤਾਂ ਇਕੱਲਾ ਹੀ ਵੇਚੀ ਜਾਊਗਾ ਜੀ। ਦੇਖੋ ਹੁਣ ਇਹ ਰਾਤੋਂ ਰਾਤ ਫਰਕ ਨਹੀਂ ਪੈਣਾ, ਅਜੇ ਹਫਤਾ ਹੋਇਆ 10 ਦਿਨ। ਇਹ ਤੁਹਾਨੂੰ ਇਹਦਾ ਜਿਹੜਾ ਨਤੀਜਾ ਪਤਾ ਲੱਗੇ ਨਾ, ਉਹ ਪਤਾ ਲੱਗੇਗਾ 3 ਮਹੀਨੇ ਬਾਅਦ। ਜੇ ਆਪਾਂ ਅੱਜ ਕਹੀਏ ਅੱਜ ਹੀ ਅਸੀਂ ਮੁੰਡੇ ਕੱਢਦੇ, ਜਿਸ ਦਿਨ ਫਰਕ ਪੈ ਗਿਆ ਉਸ ਦਿਨ ਗੁਰੂ ਨਾਨਕ ਮੋਦੀ ਖਾਨ ਦਾ ਬੋਰਡ ਲਾ ਦਿਓ ਜੀ, ਦੇਖੋ ਫਿਰ ਗਾਹਕ ਆਉਂਦਾ। ਦੇਖੋ ਉਹ ਲੱਗਣਗੇ ਵਧਣਗੇ, ਪਰ ਡੋਨੇਸ਼ਨ ਵੀ ਆਏਗੀ ਤਾਂ ਹੀ ਚੱਲਣਗੇ। ਉਹ ਡੋਨੇਸ਼ਨ ਤੋਂ ਬਿਨਾਂ ਤਾਂ ਉਹ ਵੀ ਨਹੀਂ ਚੱਲਣੇ। ਜੇ ਤੁਸੀਂ ਕਹੋ ਵੀ ਡੋਨੇਸ਼ਨ ਤੋਂ ਬਿਨਾਂ ਉਹ ਚੱਲ ਜਾਣਗੇ। 2 ਰੁਪਏ ਮਾਰਜਨ ਰੱਖ ਕੇ ਕਰ ਲਿਓ ਹਰੇਕ ਚੀਜ਼ ਦੇ ਵਿੱਚ। ਜੇ 1000 ਬੰਦਾ ਵੀ ਲੈ ਜਾਂਦਾ ਜੀ ਤੁਹਾਡੇ ਕੋਲੇ, 4 ਰੁਪਏ ਰੱਖ ਲਿਓ, 4000 ਤੁਹਾਡਾ। ਜਿਵੇਂ ਤੁਸੀਂ ਗੱਲ ਤੁਹਾਨੂੰ ਕੀ ਲੱਗਦਾ ਵੀ ਕਸਟਮਰ 2 ਰੁਪਏ ਵੱਧ ਦੇ ਦੇਗਾ? ਕਸਟਮਰ 2 ਰੁਪਏ ਕਦੀ ਵੱਧ ਨਹੀਂ ਦੇਗਾ। ਅਗਰ ਉਹਨੂੰ ਗੁਰੂ ਨਾਨਕ ਤੋਂ 98 ਜੀ ਮਿਲਦੀ ਨਾ, ਉਹ ਸਾਡੇ ਕੋਲ 100 ਨਹੀਂ ਲਏਗਾ। ਆਪਾਂ ਅੱਛਾ ਚਲੋ ਅਸੀਂ 100 ਵੇਚ ਲਾਂਗੇ, ਸਾਡੀ ਕੀ ਸੇਲ ਵੱਧ ਜਾਏਗੀ? ਮੈਂ ਕਹਿੰਦਾ ਮੈਂ ਅੱਜ 50 ਵਟ ਰਿਹਾ, ਅਸੀਂ ਲੱਖ ਵਟ ਲਾਂਗੇ, 2 ਲੱਖ ਵਟ ਲਾਂਗੇ। ਠੀਕ ਹੈ, ਜਿਹੜੇ ਮੁੰਡੇ ਬੈਠੇ ਆ, ਮੰਨ ਲਓ ਅੱਜ ਅਸੀਂ 8% ਦਾ ਕੰਮ ਕਰ ਰਹੇ ਹਾਂ, ਠੀਕ ਹੈ, 7% ਅਸੀਂ ਲੈ ਰਹੇ ਹਾਂ, ਅਸੀਂ ਮੰਨਦੇ ਹਾਂ, ਮੂੰਹ ਮੰਨਦੇ ਹਾਂ 7%। ਹਾਂ 7-8% ਤੁਹਾਡਾ ਮਾਰਜਨ ਮਿਲਦਾ ਸਾਨੂੰ ਜੀ। ਉਹਦੇ 'ਚ ਅਸੀਂ ਖਰਚੇ ਵੀ ਦੇਣੇ ਨਾ। ਜਿਹੜੇ ਮੁੰਡੇ ਰੱਖੇ ਆ, ਜੇ 30-40 ਹਜ਼ਾਰ ਦਾ ਖਰਚਾ ਹੈ, 8000 ਬਿਜਲੀ ਦਾ ਬਿੱਲ ਹੈ, ਅਤੇ ਕੁਝ ਹੋਰ ਸਾਡੇ ਆਪਣੇ ਘਰ ਦੇ ਖਰਚੇ ਨੇ, ਉਹ ਵੀ ਦੇਣੇ ਆ। ਤੁਸੀਂ ਮੈਨੂੰ ਦੱਸ ਦਿਓ ਵੀ ਕਿਹੜਾ ਕੰਮ, ਮੰਨ ਲਓ 2 ਲੱਖ ਦੀ ਮੈਂ ਸੇਲ ਕਰ ਲੈਣਾ ਜੀ, ਮੋਦੀ ਖਾਨਾ ਅੱਜ ਮੈਂ 50 ਕਰ ਰਿਹਾ, ਮੋਦੀ ਖਾਨਾ ਮੈਂ ਖੋਲ ਦੇਣਾ, ਮੇਰੇ 2 ਲੱਖ ਦੀ ਸੇਲ ਹੋ ਜਾਂਦੀ ਹੈ, ਮੈਂ 1% ਜਾਂ 2% ਦਾ ਕੰਮ ਕਰ ਦੇਣਾ 2%। ਹਾਂਜੀ ਠੀਕ ਹੈ, 2 ਲੱਖ ਸੇਲ ਹੋ ਗਈ, 4000 ਬਚਿਆ। ਹਾਂਜੀ, ਇੱਕ ਲੜਕਾ 10000 ਰੁਪਏ ਲੈਂਦਾ ਹੈ, 1,20,000 ਚੋਂ ਚਲਾ 2 ਲੱਖ ਦੀ ਸੇਲ ਦੇ ਪਿੱਛੇ ਤੁਹਾਨੂੰ 4000 ਬਚ ਗਿਆ। ਤੇ ਜਦੋਂ ਤੁਸੀਂ ਕਹਿੰਦੇ ਹੋ 50000 ਦੇ ਪਿੱਛੇ ਵੀ ਤੁਹਾਨੂੰ ਕਿੰਨਾ ਬਚਦਾ ਹੈ ਜੀ? 8% ਦੇ ਨਾਲ 4000 ਹੀ ਬਚਦਾ। ਲੋਕਾਂ ਦਾ ਭਲਾ ਵੀ ਹੋ ਗਿਆ, 4000 ਕਮਾਈ ਤੁਹਾਡੀ ਬਰਾਬਰ ਹੈਗੀ ਜੀ। ਠੀਕ ਹੈ ਜੀ, ਮੈਂ ਮੰਨਦਾ ਵਾਂ। ਹਾਂਜੀ ਠੀਕ ਹੈ, ਤੁਸੀਂ ਕਹਿੰਦੇ ਕਮਾਈ ਬਰਾਬਰ ਹੋ ਗਈ। ਉਹ ਮੈਂ 2 ਲੱਖ ਦੀ ਸੇਲ ਲਈ ਕਿੱਥੋਂ ਹੈ? ਮੈਂ 20 ਬੰਦੇ ਵਿੱਚੋਂ ਰੋਟੀ ਖੋਈ ਹੈ। ਜੇ ਮੈਂ ਕਿਵੇਂ ਖੋਈ ਹੈ ਜੀ? ਭਾਜੀ ਹੁਣ ਮੰਨ ਲਓ ਇੱਕ ਏਰੀਆ ਹੈ, ਹਾਂਜੀ, ਮੰਨ ਲਓ ਮੈਂ ਇੱਕ ਏਰੀਆ 'ਚ ਬੈਠਾ, ਹਾਂਜੀ, ਅੱਜ ਉੱਥੇ 20 ਦੁਕਾਨਾਂ ਕੰਮ ਕਰ ਰਹੀਆਂ, ਠੀਕ ਹੈ, ਜੇ ਉਹ ਦੁਕਾਨਾਂ ਇੱਕ ਰਹਿ ਜਾਏਗੀ, ਬਾਕੀ 19 ਬੰਦੇ, ਠੀਕ ਹੈ, 19 ਬੰਦੇ ਤੁਹਾਨੂੰ ਵੱਧ ਸੀਸ ਦੇਣਗੇ ਕਿ ਅਸੀਸ ਦੇਣਗੇ? ਮੈਨੂੰ ਥੋੜਾ ਇੱਕ ਸਮਝਾ ਦਿਓ। ਨਾਲੇ ਜੇ ਇਕਨੋਮੀ ਸਾਰੀ ਇੱਦਾਂ ਚੱਲ ਪਈ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਅੱਜ, ਜੇ ਇਕਨੋਮੀ ਹੀ ਸਾਰੀ ਇੱਦਾਂ ਚੱਲ ਪਈ, ਅੱਜ ਦਵਾਈਆਂ ਹੈ, ਕੱਲ੍ਹ ਨੂੰ ਕਰਿਆਨਾ ਹੈ, ਕੱਲ੍ਹ ਨੂੰ ਬੜੀਆਂ ਮੈਡੀਸਨਸ ਹੈ ਜਿਹੜੀਆਂ, ਮੰਨ ਲਓ ਕੰਮ ਹੀ ਇਹੋ ਜਿਹੇ, ਮੰਨ ਲਓ ਮੈਂ ਕਹਿੰਦਾ ਬੰਦਾ ਕੱਲ੍ਹ ਨੂੰ ਇੱਕ ਬੰਦਾ ਫੈਕਟਰੀ ਲਾ ਲੈਂਦਾ ਵੀ ਮੈਂ ਤਾਂ ਜੀ ਆਹ ਫੈਕਟਰੀ ਲਾਈ ਹੈ ਤੇ ਮੈਂ ਅੱਗੋਂ ਨੋ ਪ੍ਰੋਫਿਟ ਨੋ ਲੋਸ ਤੇ ਕਰ ਰਿਹਾ, ਗੌਰਮੈਂਟ ਟੈਕਸ ਤਾਂ ਜਾਏਗਾ ਨਹੀਂ, ਗੌਰਮੈਂਟ ਦਾ ਟੈਕਸ ਤਾਂ ਖਤਮ ਹੋ ਗਿਆ ਨਾ ਜੀ। ਤੇ ਗੌਰਮੈਂਟ ਕਿੱਥੋਂ ਤੁਹਾਡੀ ਰੱਖਿਆ ਕਰ ਲੇਗੀ? ਕਿੱਥੇ ਤੁਹਾਨੂੰ ਸੜਕ, ਜਿੰਦੂ ਭਾਜੀ ਕਹਿੰਦੇ ਸੜਕਾਂ ਟੁੱਟੀਆਂ ਹੋਈਆਂ, ਸੜਕਾਂ ਕਿੱਥੋਂ ਬਣਾ ਲੇਗੀ ਉਹ? ਚਲੋ ਮੈਂ ਤੁਹਾਡੇ ਨਾਲ ਵੀ ਸਹਿਮਤ ਹੁੰਦਾ ਵੀ ਤੁਸੀਂ ਕਹਿੰਦੇ ਹੋ ਜੀ ਬਾਕੀਆਂ ਦਾ ਕੰਮ ਬੰਦ ਹੋ ਜਾਣਾ, 8% ਤੁਸੀਂ ਲੈਂਦੇ ਹੋ, ਪਰ ਜਿਹੜੀਆਂ ਦਵਾਈਆਂ ਦੇ ਵਿੱਚ 50-50%, 40-40%, 30-30% ਮਾਰਜਨ ਆ, ਉਹਨਾਂ ਲਈ ਤਾਂ ਦੁਹਾਈ ਪਾ ਲਓ ਭਾਜੀ ਵੀ ਤੁਸੀਂ ਤੇ ਪਾਈ ਜਾਂਦੇ ਹੋ। ਉਹ ਜਿਹੜੀ ਦਵਾਈ ਅਸੀਂ ਪਾ ਰਹੇ ਹਾਂ, ਅਸੀਂ ਆਪ ਜਿੰਦੂ ਭਾਜੀ ਨੂੰ ਕਹਿ ਰਹੇ ਹਾਂ ਤੁਸੀਂ ਨੈਕਸਸ ਤੋੜੋ ਹਸਪੀਟਲਾਂ ਦਾ। ਉਹ ਹਸਪੀਟਲ ਤੋੜਨਗੇ, ਅਸੀਂ ਨਾਲ ਆ, ਹਰ ਕੈਮਿਸਟ ਦੇ ਨਾਲ ਹੈ। ਕਿਉਂਕਿ ਹਸਪੀਟਲਾਂ ਦਾ ਕੀ ਨੈਕਸਸ ਹੈ? ਮਤਲਬ ਕਿ ਹਸਪੀਟਲ ਨੈਕਸਸ ਇਦਾਂ ਹੈ ਵੀ ਹਰ ਡਾਕਟਰ ਨੇ, ਹਾਂਜੀ, ਛੋਟੇ ਡਾਕਟਰ ਨੇ ਆਪਣੇ ਅੰਦਰ ਇੱਕ ਸ਼ਾਪ ਬਣਾ ਲਈ ਅੱਜ ਦੀ ਡੇਟ 'ਚ, ਠੀਕ ਹੈ, ਉਹ ਸ਼ਾਪ 'ਤੇ ਉਹਨੇ ਉਹ ਦਵਾਈਆਂ ਰੱਖੀਆਂ ਜਿਹੜੀਆਂ ਬਾਹਰਲੇ ਕੈਮਿਸਟ ਕੋਲ ਤੋਂ ਪਹਿਲਾਂ ਹੀ ਅਵੇਲੇਬਲ ਨਹੀਂ ਹੈ, ਠੀਕ ਹੈ। ਉਹਦੇ ਨਾਲ ਕੀ ਹੈ, ਜਿੰਦੂ ਭਾਜੀ ਕੀ ਕਰ ਲੈਣਗੇ ਉਹਦਾ? ਉਹ ਦਵਾਈ ਤਾਂ ਉਹਨਾਂ ਕੋਲ ਮਿਲਣੀ ਨਹੀਂ, ਜਿਹੜੀ ਦਵਾਈ ਅੰਦਰ ਲਿਖੀ ਹੈ ਉਹ ਤਾਂ ਬਾਹਰ ਮਿਲਣੀ ਨਹੀਂ। ਉਹ ਤਾਂ ਜਿਹੜੀ ਮਾਰ ਰਹੇ ਉਹ ਸਿਰਫ 95% ਕੈਮਿਸਟ ਨੂੰ ਮਾਰ ਰਹੇ ਆ, ਜਿਹੜਾ ਉਹ 5% ਕੈਮਿਸਟ ਡਾਕਟਰ ਦੇ ਅੰਦਰ ਕੈਮਿਸਟ ਬੈਠਾ ਹੈ, ਜਾਂ ਆਪਣੇ ਕਾਫੀ ਹਸਪਤਾਲ ਹੈਗੇ ਨੇ ਜਿਨ੍ਹਾਂ ਦੇ ਤੁਸੀਂ ਜਾਓ, ਉਹਦੀ ਦਵਾਈ ਲਿਖਵਾਓ, ਤੁਹਾਨੂੰ ਦਵਾਈ ਬਾਹਰੋਂ ਮਿਲ ਜੇ ਤਾਂ ਅਸੀਂ ਜ਼ਿੰਮੇਵਾਰ ਹਾਂ। ਹੁਣ ਅੱਜ ਜਿੰਦੂ ਭਾਈ ਨੇ ਇੱਕ ਦਵਾਈ ਦਾ ਸਬਸਟੀਟਿਊਟ ਕੀਤਾ ਉਹਨਾਂ ਦੀ ਦਵਾਈ ਦਾ, ਉਹ ਦਵਾਈ ਬਾਹਰੋਂ ਨਹੀਂ ਮਿਲਣੀ ਸੀ, ਉਹਨਾਂ ਨੇ ਉੱਥੋਂ ਲਈ, ਉਹ ਦਵਾਈ ਗਲਤ ਹੈ। ਹੁਣ ਦਵਾਈ ਕਿੱਦਾਂ ਗਲਤ ਦੇਤੀ ਉਹਨਾਂ ਨੇ? ਠੀਕ ਹੈ ਨਾ। ਹੁਣ ਜਦੋਂ ਅੰਦਰ ਨੈਕਸਸ ਟੁੱਟੇਗਾ ਤੇ ਸਾਡੇ 95% ਕੈਮਿਸਟ ਨੂੰ ਫਾਇਦਾ ਹੋਣਾ ਨਾਲ। ਉਹ ਵੇਚਣ ਅੰਦਰ ਭਾਟੂ ਬਾਸ ਸੀ, ਭਾਟੂ ਬਾਸ ਦਾ ਸਾਨੂੰ ਕੋਈ ਚੱਕਰ ਨਹੀਂ, ਉਹ ਵੇਚਣ, ਸਾਨੂੰ ਉਹਦੇ ਨਾਲ ਕੀ ਫਰਕ ਹੈ? ਉਹ ਵੇਚਦੇ, ਸਾਨੂੰ ਉਹਦੇ ਨਾਲ ਕੋਈ ਫਰਕ ਨਹੀਂ ਹੈ। ਸਾਨੂੰ ਫਰਕ ਹੈ ਵੀ ਉਹ ਨੈਕਸਸ ਤੋੜਨ ਦੀ ਗੱਲ ਕਰ ਰਹੇ ਆ, ਸਾਨੂੰ ਚੋਰ ਕਹਿ ਰਹੇ ਆ 95% ਕੈਮਿਸਟ ਨੂੰ, ਤੇ ਜਿਹੜਾ ਉਹ ਸੀਗਾ ਕੈਮਿਸਟ 5% ਜਿਹੜਾ ਕਰ ਰਿਹਾ ਸੀ ਉਹਨੂੰ, ਉਹ ਤਾਂ ਬੋਲੇ ਨਹੀਂ, ਬੋਲੇਗਾ ਤਾਂ ਉਹੀ ਜਿਹਨੂੰ ਚੁਭੇਗੀ ਗੱਲ, ਜਿਹਨੂੰ ਚੋਰ ਬੋਲੋਗੇ। ਉਹ ਜੇ ਚੋਰ ਨਹੀਂ ਹੈ ਬੋਲੇਗਾ, ਜੇ ਚੋਰ ਨਹੀਂ ਬੋਲੇਗਾ। ਜੇ ਚੋਰ ਨਹੀਂ ਹੈ ਤਾਂ ਫਿਰ ਕਿਵੇਂ ਬੋਲੇਗਾ ਜੀ? ਦੇਖੋ ਜੀ ਮੈਂ ਚੋਰ ਨਹੀਂ ਆ, ਤੁਸੀਂ ਉਹਨਾਂ ਨੇ ਕਹਿਤਾ ਵੀ ਸਾਰੇ ਚੋਰ ਨੇ, ਮੈਂ ਵੀ ਤਾਂ ਐਗਜ਼ਾਮਪਲ ਤੁਹਾਨੂੰ ਦੇ ਕੇ ਹਟਿਆ ਜੀ। ਤੁਸੀਂ ਐਗਜ਼ਾਮਪਲ ਦਿੱਤੀ ਹੈ, ਪਰ ਉਹਨੇ ਇਹ ਕਿਹਾ ਨਾ ਸਾਰੇ ਚੋਰ ਨੇ, ਉਹਨੇ ਇਹ ਨਹੀਂ ਕਿਹਾ 5% ਕੈਮਿਸਟ ਚੋਰ ਨੇ ਜਾਂ 10%। ਜੇ ਮੈਂ ਕਹਾਂਗਾ ਵੀ ਆਹ ਗਲਾਸ ਇੱਥੇ ਪਿਆ, ਅੱਧਾ ਭਰਿਆ ਕਹਿਣ ਨੂੰ ਤੇ ਅੱਧਾ ਖਾਲੀ ਕਹਿਣ ਨੂੰ ਫਰਕ ਹੈ, ਦੋਨੇ ਚੀਜ਼ਾਂ 'ਚ ਫਰਕ ਪੈ ਜਾਂਦਾ। ਜੇ ਮੈਂ ਉਹਨੂੰ ਪੋਜ਼ੀਟਿਵ ਲਵਾਂ, ਠੀਕ ਹੈ, ਅੱਧਾ ਭਰਿਆ ਕਹਾਂਗਾ, ਜੇ ਉਹਨੂੰ ਮੈਂ ਪੋਜ਼ੀਟਿਵ ਨੈਗੇਟਿਵ ਕਹਾਂਗਾ ਤਾਂ ਅੱਧਾ ਖਾਲੀ ਹੈ। ਅਗਰ ਉਹ ਸਾਨੂੰ ਚੋਰ ਕਹੇਗਾ ਸਾਰੇ, ਉਹਨੇ ਸਾਰੇ ਚੋਰ ਕਿਹਾ, ਉਹਨੇ ਇਹ ਨਹੀਂ ਕਿਹਾ ਵੀ ਕੁਝ ਕੈਮਿਸਟ ਕਰ ਰਿਹਾ। ਕਿਸੇ ਵੀ ਇੰਟਰਵਿਊ 'ਚ ਉਹਨਾਂ ਨੇ ਕਿਹਾ ਹੋਵੇ ਤੇ ਅਸੀਂ ਜ਼ਿੰਮੇਵਾਰ ਆਪਣੇ ਸਾਨੂੰ ਤਾਂ ਦੇਖੋ
ਤੁਸੀਂ ਚੋਰ ਨੂੰ ਚੋਰ ਕਹੋਗੇ, ਉਹ ਕਦੀ ਗੁੱਸਾ ਨਹੀਂ ਕਰੇਗਾ। ਵੀ ਕੁਝ ਲੋਕ ਚੰਗੇ ਵੀ ਨੇ ਜਿਹਦੇ ਵਿੱਚ ਉਹ ਕਹਿ ਕੁਝ ਰਹੇ ਲੋਕ ਕਹਿ ਰਹੇ ਨਾ, ਉਹ ਸਿਰਫ 5 ਮਿੰਟ, ਕੁਝ ਲੋਕ 5 ਮਿੰਟ ਤੁਹਾਡੇ ਵਰਗੇ ਹੀ ਨੇ ਉਹ 5 ਮਿੰਟ ਤੁਸੀਂ ਤੇ ਉੱਠ ਕੇ ਆ ਗਏ। ਸਾਡੇ ਸਾਰੇ ਹੈ ਨਾ 95 ਮਿੰਟ, ਅਸੀਂ ਤਾਂ 95 ਮਿੰਟ ਨੂੰ ਕਹਿੰਦੇ ਇੱਕ ਵਾਰੀ ਕੁਝ ਕਹਿੰਦੇ ਲੋਕ ਚੰਗੇ ਨੇ, ਕੁਝ ਲੋਕ ਦੇ ਵਿੱਚ ਜੇ ਤੁਸੀਂ 30 ਰੁਪਏ ਦਿੰਦੇ ਹੋ ਫਿਰ ਤੁਸੀਂ ਚੰਗੇ ਹੀ ਮੈਂ ਹੋ। ਸਹਿਮਤ ਹਾਂ, 95 ਮਿੰਟ ਕਹਿ ਦੇਣ ਵੀ ਨਹੀਂ ਠੀਕ ਹੈ, 95 ਮਿੰਟ ਠੀਕ ਹੈਗੇ ਆ, ਮੈਂ ਸਹਿਮਤ ਹਾਂ। ਪਰ ਜੋ ਉਹ ਕਹੇਗਾ ਵੀ 95 ਮਿੰਟ ਚੋਰ ਨੇ, ਫਿਰ ਅਸੀਂ ਸਹਿਮਤ ਨਹੀਂ ਹਾਂ ਬਿਲਕੁਲ। ਜੇ ਤੁਸੀਂ ਸਾਨੂੰ ਕਹੋ ਨਾ, ਜੇ ਸੋਚੋ 95% ਚੋਰ ਕਹਿਤਾ ਜੀ, ਤੇ ਤੁਸੀਂ ਤਾਂ ਆਪਣੇ ਆਪ ਨੂੰ 5% ਚ ਗਿਣ ਲਓ। ਸਰ ਅਸੀਂ 5 ਮਿੰਟ 'ਚ ਹੈਗੇ ਆ, ਪਰ ਅਸੀਂ ਪ੍ਰਧਾਨਗੀ ਵੀ ਕਰਦੇ ਹਾਂ। ਸਾਨੂੰ ਬਾਕੀਆਂ ਦਾ ਵੀ ਸਾਰਿਆਂ ਦਾ ਫੋਨ ਆਣਾ, ਜਿਹੜੇ ਚੋਰ ਨਹੀਂ ਉਹਨਾਂ ਦਾ ਸਾਨੂੰ ਫੋਨ ਆਣਾ ਹੈ। ਸਾਨੂੰ ਉਹਨਾਂ ਨੇ ਕਹਿਣਾ ਜਿਹੜੇ ਉਹ ਵੀ ਚੋਰ ਨਹੀਂ, ਉਹ ਵੀ ਤਾਂ ਫਿਰ 95 ਉਹ ਵੀ 5% ਚ ਆ ਜੀ। ਉਹ ਭਾਜੀ 95 ਵਾਲੇ 5% ਵਾਲਾ ਸਾਨੂੰ ਕੋਈ ਫੋਨ ਨਹੀਂ ਕਰ ਰਿਹਾ। ਮਤਲਬ ਕਿ ਤੁਸੀਂ ਸਿਰਫ ਆਪਣੀ ਪ੍ਰਧਾਨਗੀ ਬਚਾਉਣ ਦੇ ਲਈ ਕਰ ਰਹੇ ਹੋ ਜੀ। ਸਾਨੂੰ 5% ਦਾ ਕੋਈ ਫੋਨ ਨਹੀਂ ਹੈ, ਸਾਨੂੰ ਕਿਸੇ ਹਸਪੀਟਲ ਦਾ ਫੋਨ ਨਹੀਂ ਆਇਆ ਵੀ ਅਸੀਂ ਗਲਤ ਕਰ ਰਹੇ ਹਾਂ। ਠੀਕ ਹੈ ਨਾ? ਚਲੋ ਠੀਕ ਹੈ, ਇਹ ਮੈਂ ਮੰਨ ਲਿਆ। ਚਲੋ ਦਵਾਈਆਂ ਦਾ ਇੱਕ ਛੱਡਿਆ ਮੁੱਦਾ। ਇੱਕ ਕੈਮਿਸਟ ਵਾਲਿਆਂ ਨੇ ਕਿਹਾ, ਕਹਿੰਦੇ ਜਿੰਦੂ ਦੇ ਉੱਤੇ ਕਾਰਵਾਈ ਕਰਵਾਵਾਂਗੇ ਕਿਉਂਕਿ ਜਿੰਦੂ ਕੋਲ ਨਾ ਲਾਇਸੈਂਸ ਆ, ਉਹ ਚਲਾ ਕਿਵੇਂ ਰਿਹਾ ਹੈ। ਦੇਖੋ ਮੇਰੀ ਹੁਣ ਤੁਸੀਂ ਤੁਸੀਂ ਸੁਣੀ ਹੈਗੀ ਪਿਛਲੀ, ਮੈਂ ਕਾਰਵਾਈ ਵਾਲੇ ਪਾਸੇ ਗਿਆ ਹੀ ਨਹੀਂ ਨਾ। ਸਾਡੇ ਕੋਲ ਕੈਮਿਸਟ ਕੋਲ ਵੀ ਇੰਨਾ ਹੈ ਵੀ ਫੰਡ ਵੀ ਹੈ ਨਹੀਂ ਵੀ ਜਾ ਕੇ ਅਸੀਂ ਲਾ ਲਈਏ, ਅਸੀਂ ਆਪਣੇ ਕੋਲੋਂ ਫੰਡ ਲਾਈਏ ਜਾ ਕੇ ਉੱਥੇ ਵੀ ਜਾ ਕੇ ਵਕੀਲਾਂ ਨੂੰ ਪੈਸੇ ਖਰਚੀਏ। ਉਹਦੇ ਕੋਲ ਲਾਇਸੈਂਸ ਨਹੀਂ ਭਾਜੀ। ਕਿੰਨੇ ਮੈਡੀਕਲ ਸਟੋਰ ਹੈ ਜਿਹੜੇ ਕਿਸੇ ਦੇ ਲਾਇਸੈਂਸ ਤੇ ਚੱਲ ਰਹੇ ਨੇ, ਹੈ ਨਾ ਜਾਂ ਨਹੀਂ ਹੈ ਜੀ? ਜਾਂ ਇੱਕ ਬੰਦੇ ਦੇ ਲਾਇਸੈਂਸ ਤੇ 5 ਦੁਕਾਨਾਂ ਚੱਲ ਰਹੀਆਂ, ਹੈ ਜਾਂ ਨਹੀਂ ਹੈ ਜੀ? ਨਹੀਂ, ਤੁਸੀਂ ਇੱਥੇ ਗਲਤ ਹੋ। ਅੱਛਾ ਜੀ। ਇੱਥੇ ਇਹ ਹੈ, ਆਪਾਂ ਲਾਇਸੈਂਸ ਦੇਖ ਰਹੇ ਹਾਂ। ਹਾਂਜੀ। ਜਿਹੜੇ ਉਹ 5 ਲਾਇਸੈਂਸ ਚੱਲ ਰਹੇ ਨਾ, ਉਹ ਬੰਦਾ ਜਾਂ ਤਾਂ ਪਾਰਟਨਰ ਹੈ ਉੱਥੇ ਜਾਂ ਪ੍ਰੋਪਰਾਈਟਰ ਹੈ। ਇਹ ਹੋ ਨਹੀਂ ਨਾ, ਪਰ ਇਹ ਹੋ ਰਿਹਾ ਰੂਲ ਕਹਿ ਰਿਹਾ ਜੀ, ਨਹੀਂ ਕਹਿ ਰਹੇ। ਪੂਰੀ ਗੱਲ ਦੱਸ ਰਹੇ ਤੁਹਾਨੂੰ। ਤੁਸੀਂ ਆਪਾਂ ਲੋਕ ਨਾ ਕਹਿੰਦੇ ਆ ਵੀ ਇੱਕ ਬੰਦਾ 5 ਸਟੋਰ ਚਲਾ ਰਿਹਾ, ਹਾਂਜੀ, ਪਰ ਆਪਾਂ ਇਹ ਨਹੀਂ ਦਿਖ ਰਹੇ ਸਟੋਰ ਚਲਾਉਣ ਬੰਦੇ ਦੇ ਲਾਇਸੈਂਸ ਤੇ 5 ਸਟੋਰ ਚੱਲ ਰਹੇ, ਇਹ ਕਹਿ ਰਿਹਾ ਮੈਂ। ਲਾਇਸੈਂਸ ਅਲੱਗ-ਅਲੱਗ ਹੈ। ਤੁਸੀਂ ਇਹ ਨਹੀਂ ਕਹਿ ਸਕਦੇ ਲਾਇਸੈਂਸ ਇੱਕੋ ਹੈ। ਸਭ ਦੇ ਲਾਇਸੈਂਸ ਨੰਬਰ ਅਲੱਗ-ਅਲੱਗ ਹੈ, ਸਭ ਦੇ ਫਾਰਮਾਸਿਸਟ ਅਲੱਗ-ਅਲੱਗ ਹੈ। ਤੁਹਾਨੂੰ ਆਪਾਂ ਲੋਕਾਂ ਨੂੰ ਪੂਰੀ ਇਹੀ ਲੈਕ ਆਫ ਨੌਲੇਜ ਹੈ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਅੱਜ। ਇਹ ਲੈਕ ਆਫ ਆਰਟੀਆਈ ਦੀ ਰਿਪੋਰਟ ਦੱਸਾਂਗਾ ਜੀ ਮੈਂ ਤੁਹਾਨੂੰ। ਤੁਸੀਂ ਦੱਸੋ, ਇਹ ਲੈਕ ਆਫ ਨੌਲੇਜ ਹੈ। ਜੀ ਜੀ। ਅੱਜ ਵੀ ਆਨਲਾਈਨ ਸਾਰੇ ਹੋ ਗਏ। ਹਾਂਜੀ। ਮੈਂ ਕਹਿੰਦਾ 5 ਬੰਦਾ ਸਟੋਰਾਂ ਦਾ ਮਾਲਕ ਬਣ ਸਕਦਾ, ਮੈਂ ਬਣ ਸਕਦਾ ਜੀ, ਪਰ ਮੈਂ 5 ਸਟੋਰਾਂ 'ਚ ਜਿਹੜਾ ਫਾਰਮਾਸਿਸਟ ਨਹੀਂ ਬਣ ਸਕਦਾ। ਗੱਲ ਨੂੰ ਸਮਝ, ਇਸ ਚੀਜ਼ ਦਾ ਫਰਕ ਹੈ। ਜਿਹੜਾ ਲਾਇਸੈਂਸ ਮਿਲਿਆ, ਉਹ ਲਾਇਸੈਂਸ ਮਿਲਿਆ ਮਾਲਕ ਨੂੰ। ਠੀਕ ਹੈ, ਜਿੰਨੇ ਡਿਗਰੀ ਕੀਤੀ ਹੈ ਉਹ ਇੱਕੋ ਥਾਂ ਤੇ ਮਤਲਬ ਲੱਗ ਸਕਦਾ, ਉਹ ਦੂਜੀ ਥਾਂ ਤੇ ਨਹੀਂ ਹੈ। ਔਰ ਮੈਨੂੰ ਉਮੀਦ ਹੈ ਵੀ ਕੋਈ ਨਹੀਂ ਹੈ, 1% ਵੀ ਬੰਦਾ ਕੋਈ ਨਹੀਂ ਹੈ, ਕਿਉਂਕਿ ਜਦੋਂ ਕੰਪਿਊਟਰਾਈਜ਼ਡ ਹੋਇਆ, ਜੇ ਮੰਨ ਲਓ ਅੱਜ ਤੋਂ 5 ਸਾਲ ਪਹਿਲਾਂ ਕੋਈ ਸੀਗੇ ਜਿਹੜੇ ਗਲਤ ਚੜੇ ਹੋਏ ਸੀਗੇ, ਉਹ ਠੀਕ ਕਰ ਰਹੇ ਉਹਨਾਂ ਨੇ। ਕਾਰਨ ਹੈ ਵੀ ਉਹ 5 ਸਾਲਾਂ 'ਚ ਸਾਰਾ ਕੰਪਿਊਟਰਾਈਜ਼ ਹੋ ਗਿਆ। ਅਸੀਂ ਅੱਜ ਉਹਦਾ ਲਾਇਸੈਂਸ ਨੰਬਰ ਕਿਤੇ ਪਾਉਂਦੇ ਹਾਂ, ਉਹਦਾ ਜਿਹੜਾ ਰਜਿਸਟ੍ਰੇਸ਼ਨ ਨੰਬਰ ਹੁੰਦਾ ਉਹ ਨਾਲ ਹੀ ਬੋਲ ਪੈਂਦਾ ਵੀ ਆ ਫਰਮ 'ਚ ਹੈਗਾ। ਫਰਮ 'ਚ ਹੈਗਾ, ਪਰ ਇੱਥੇ ਚੈਕਿੰਗ ਕਰਨ ਵਾਲਾ ਕੌਣ ਹੈ? ਕਿਉਂਕਿ ਡਾਕਟਰ ਮੁਲਤਾਨੀ ਦੀ ਆਰਟੀਆਈ ਰਿਪੋਰਟ ਕਹਿੰਦੀ ਹੈ 50% ਅਜਿਹੇ ਸਟੋਰ ਨੇ ਜਿਹੜੇ ਜਾਂ ਤਾਂ ਕਿਸੇ ਦੇ ਲਾਇਸੈਂਸ ਤੇ ਚੱਲੀ ਜਾ ਰਹੇ ਆ, ਬੰਦਾ ਕੋਈ ਕੰਮ ਕਰ ਰਿਹਾ ਜੀ ਉੱਥੇ ਨਾ ਉਹ ਮੌਜੂਦ ਹੁੰਦਾ, ਤੇ ਕੁਝ ਸਟੋਰ ਅਜਿਹੇ ਵੀ ਆ ਵੀ ਜਿਹਦੇ ਕੋਲ ਲਾਇਸੈਂਸ ਸੀ, ਉਹ ਵਿਚਾਰਾ ਸਟੋਰ ਮਾਲਕ ਦੀ ਡੈਥ ਹੋ ਚੁੱਕੀ ਹੈ ਤੇ ਗਾਂ ਉਹਦੇ ਪੁੱਤ ਪੋਤਰੇ ਜੀ ਉਸੇ ਲਾਇਸੈਂਸ ਦੇ ਉੱਤੇ ਕੰਮ ਕਰ ਰਹੇ ਆ। ਦੇਖੋ ਉਹਦੇ 'ਚ ਵੀ ਇੱਕ ਹੈ, ਹੁਣ ਮੇਰੇ ਪਹਿਲਾਂ ਫਾਦਰ ਸੀ, ਉਸ ਤੋਂ ਬਾਅਦ ਮੈਂ ਆਇਆ ਜੀ। ਠੀਕ ਹੈ, ਉਸ ਤੋਂ ਹੁਣ ਮੇਰਾ ਬੇਟਾ ਆ ਗਿਆ। ਠੀਕ ਹੈ, ਇਹ ਹੁੰਦਾ ਕੀ ਹੈ ਵੀ ਹੁਣ ਜਿਵੇਂ ਮੇਰਾ ਬੇਟਾ ਆ ਗਿਆ, ਠੀਕ ਹੈ, ਉਹਦੇ ਨਾਮ ਤੇ ਲਾਇਸੈਂਸ ਅੱਜ ਟ੍ਰਾਂਸਫਰ ਹੋ ਰਹੇ ਨੇ। ਹੋ ਰਹੇ ਆ ਟ੍ਰਾਂਸਫਰ ਜੀ? ਹਾਂ, ਉਹ ਹੋ ਰਹੇ ਹੈ। ਜੋ ਗਵਰਨਮੈਂਟ ਦਾ ਰੂਲ ਆਇਆ ਉਹਦੇ 'ਚ ਇਹ ਹੈ, ਟ੍ਰਾਂਸਫਰ ਹੋਏਗਾ। ਮੰਨ ਲਓ ਮੈਂ ਮਾਲਕ ਹਾਂ ਅਤੇ ਮੇਰਾ ਅੱਗੋਂ ਬੇਟਾ ਅੱਗੋਂ ਕੰਮ ਕਰ ਰਿਹਾ, ਠੀਕ ਹੈ, ਮੈਂ ਉਹਨੂੰ ਟ੍ਰਾਂਸਫਰ ਕਰ ਸਕਦਾ ਆਪਣੇ ਬਲੱਡ ਰਿਲੇਸ਼ਨ 'ਚ। ਜੀ। ਵੀ ਇਹ ਨਹੀਂ ਹੈ ਵੀ ਆਪਣਾ ਮੈਂ ਕਿਸੇ ਹੋਰ ਨੂੰ ਵੇਚ ਦਾਂਗਾ। ਮੈਂ ਆਪਣਾ ਜਿਹੜਾ ਲਾਇਸੈਂਸ ਹੈ ਉਹ ਟ੍ਰਾਂਸਫਰ ਕਰ ਸਕਦਾ ਆਪਣੇ ਬੇਟੇ ਦੇ ਨਾਮ 'ਤੇ ਜਾਂ ਬੇਟੀ ਦੇ ਨਾਮ 'ਤੇ ਜਾਂ ਆਪਣੀ ਵਾਈਫ ਦੇ ਨਾਮ 'ਤੇ ਜਾਂ ਆਪਣੀ ਮਦਰ ਫਾਦਰ। ਕੱਲ੍ਹ ਨੂੰ ਮੈਨੂੰ ਕੁਝ ਹੋ ਜਾਂਦਾ, ਇਹ ਰੂਲ ਹੈ ਜੀ? ਇਹ ਰੂਲ ਹੈ, ਇਹ ਔਨ ਰਿਕਾਰਡ ਰੂਲ ਹੈ। ਗਵਰਨਮੈਂਟ ਦਾ ਰੂਲ ਹੁਣੇ ਆਇਆ, ਪਹਿਲਾਂ ਇਹ ਰੂਲ ਨਹੀਂ ਹੁੰਦਾ ਸੀ। ਪਹਿਲਾਂ ਮੈਂ ਆਪਣਾ ਲਾਇਸੈਂਸ ਕਿਸ ਨੂੰ ਵੇਚ ਸਕਦਾ, ਲਾਇਸੈਂਸ ਵੇਚ ਸਕਦਾ ਸੀ, ਮੈਂ ਆਪਣੀ ਡਿਗਰੀ ਨਹੀਂ ਵੇਚ ਸਕਦਾ। ਮੈਂ ਤੁਹਾਨੂੰ ਬਾਰ-ਬਾਰ ਉਹੀ ਗੱਲ ਕਰ ਰਿਹਾ, ਉਸੇ ਚੀਜ਼ 'ਤੇ ਆ ਰਿਹਾ। ਡਿਗਰੀ ਨਹੀਂ ਅਸੀਂ ਵੇਚ ਸਕਦੇ। ਵਿਕਦਾ ਲਾਇਸੈਂਸ ਵੀ ਵੇਚ ਉਹਨੂੰ ਸਕਦੇ ਹੋ ਜਿਹਦੇ ਕੋਲ ਡਿਗਰੀ ਹੋਊਗੀ? ਨਹੀਂ, ਉਹ ਕੋਈ ਵੀ ਲੈ ਸਕਦਾ, ਪਰ ਉਹਨੂੰ ਫਾਰਮਾਸਿਸਟ ਚਾਹੀਦਾ ਹੋਏਗਾ। ਉਹਦੇ 'ਚ ਇਹ ਨਹੀਂ ਹੈ ਵੀ ਤੁਸੀਂ ਆਪਣੀ ਡਿਗਰੀ ਵੇਚ ਰਹੇ ਹੋ। ਉਹਦੇ ਜਿੰਦੂ ਹੁਣ ਜੋ ਕੰਮ ਕਰ ਰਿਹਾ ਹੈ ਜੀ ਉੱਥੇ ਮੈਡੀਕਲ ਸਟੋਰ ਦੇ ਉੱਤੇ, ਮੋਦੀਖਾਨੇ ਦੇ ਉੱਤੇ, ਉਹ ਅਕੋਰਡਿੰਗ ਟੂ ਰੂਲ ਹੀ ਕਰ ਰਿਹਾ। ਫਾਰਮਾਸਿਸਟ ਤੇ ਹੈ ਉੱਥੇ? ਹਾਂ, ਫਾਰਮਾਸਿਸਟ ਹੋਏਗਾ ਕੋਈ, ਫਿਰ ਤਾਂ ਉਹਨੂੰ ਕਿਹੜਾ ਡਰ ਲੋੜ ਹੈ? ਜਿੰਦੂ ਨੂੰ ਲੜਨ ਥੋੜਾ ਲੋੜ ਹੈ। ਇਹ ਕੈਮਿਸਟ ਵਾਲੇ ਕਿਸ ਆਧਾਰ ਤੇ ਉੱਤੇ ਕਾਰਵਾਈ ਕਰਵਾਉਣ ਦੀ ਗੱਲ ਕਰ ਰਹੇ ਜੀ? ਕਿਉਂਕਿ ਇਹ ਬੰਦਾ ਵਿੱਚ ਪਾਰਟਨਰ ਵੀ ਨਹੀਂ ਹੋਏਗਾ ਜਦੋਂ ਤੱਕ ਸਾਨੂੰ ਵਿਸ਼ਵਾਸ ਹੈ। ਨਹੀਂ, ਗੱਲਾਂ ਨਾਲ ਜਾਂ ਤੇ ਸਬੂਤ ਲਿਆਉਣ ਨਾ ਜੀ, ਫਿਰ ਗੱਲਾਂ ਕਰਨ। ਦੇਖੋ ਮੈਂ ਗੱਲ ਨਹੀਂ ਕਰ ਰਿਹਾ, ਕਿਉਂਕਿ ਲੋਕ ਇਹ ਕਹਿ ਰਹੇ ਆ ਵੀ ਜੇ ਜਿੰਦੂ ਦੇ ਉੱਤੇ ਕਾਰਵਾਈ ਹੁੰਦੀ ਹੈ ਤਾਂ ਅਸੀਂ ਘਰਾਂ ਚੋਂ ਉਤਰ ਕੇ 5 ਵਾਲਾ ਪੱਤਾ ਜਿਸ ਨੇ 250 ਦਾ ਦਿੱਤਾ ਹੋਊਗਾ, ਤੁਸੀਂ 30 ਦਾ ਦਿੱਤਾ, ਤੁਸੀਂ ਬਚ ਜਾਓਗੇ, ਪਰ ਜਿਹਨੇ 250 ਦਾ ਦਿੱਤਾ ਹੋਊਗਾ ਉਹ ਮੈਡੀਕਲ ਸਟੋਰਾਂ ਦੇ ਉੱਤੇ ਕਾਰਵਾਈ ਕਰਵਾਵਾਂਗੇ। ਦੇਖੋ ਜੀ, ਕਰਵਾਓ,
ਪਰ ਮੈਂ ਵੀ ਇੱਕ ਗੱਲ ਹੋਰ ਵੀ ਕਹਿਣਾ ਕਰਵਾਓ, ਪਰ ਦੂਜੀ ਗੱਲ ਹੈ ਅਗਰ ਗਵਰਨਮੈਂਟ ਨੇ 105 ਰੇਟ ਲਿਖਿਆ ਕੀ ਕਾਰਵਾਈ ਕਰਵਾਓਗੇ? ਜੇ ਆਪਾਂ ਦੂਜੇ ਪਾਸੇ ਆਪਾਂ ਲੀਗਲ ਵੇ ਚੱਲੋ ਨਾ। ਹਾਂਜੀ। ਜੇ ਤੁਸੀਂ ਕਹਿ ਰਹੇ ਹੋ ਲੀਗਲ ਵੇ ਹੈ, ਇਹ ਵੀ ਲੀਗਲ ਵੇ ਹੈ। ਉਹੀ ਕਹਿ ਰਹੇ ਨਾ, ਕਾਰਵਾਈ ਕਰਵਾਉਣ ਦਾ ਤਰੀਕਾ ਪਤਾ ਕੀ ਕਹਿ ਰਹੇ ਜੀ? ਉਹ ਕਹਿੰਦੇ ਅਸੀਂ ਦੱਸਾਂਗੇ ਵੀ ਭਾਈ ਸਾਨੂੰ ਕਾਲੜਾ ਤਾਂ 30 ਰੁਪਏ ਦਾ ਦੇਈ ਜਾ ਰਿਹਾ, ਤੇ ਉਹ ਬੰਦਾ ਸਾਨੂੰ ਉਹੀ ਪ੍ਰਿੰਟ ਰੇਟ ਹੈ ਉੱਥੇ 30 ਦਾ ਦੇ ਰਹੇ, ਉਹ 105 ਦਾ ਦੇ ਰਹੇ ਆ ਜੀ। ਸਰ ਕਾਰਵਾਈ ਦੇਖੋ, ਮੇਰੀ ਗੱਲ ਸੁਣੋ, ਇਹ ਗਵਰਨਮੈਂਟ ਤੇ ਕਾਰਵਾਈ ਹੋਏਗੀ। ਐਂਡ ਮੈਂ ਇਹ ਨਹੀਂ ਕਹਿ ਰਿਹਾ, ਮੈਂ ਜਸਟੀਫਾਈ ਇਹ ਕਰ ਰਿਹਾ ਵੀ ਗਵਰਨਮੈਂਟ ਨੇ 105 ਮਿੰਟ ਰੱਖਣ ਦੀ ਇਜਾਜ਼ਤ ਕਿਉਂ ਦਿੱਤੀ ਉਹਨੂੰ। ਹੁਣ ਮੈਂ ਤੁਹਾਡੀ ਗੱਲ ਤੇ ਆਉਂਦਾ ਜੀ, ਜਿਹੜੀ ਤੁਸੀਂ 30 ਰੁਪਏ ਵਾਲੀ ਕੀਤੀ ਸੀ ਵੀ ਅਸੀਂ 30 ਰੁਪਏ ਦਾ ਦੇ ਰਹੇ ਹਾਂ ਸਾਰੇ ਲੋਕ, ਤੇ ਜੇ ਕਿਸੇ ਨੇ ਲੁੱਟ ਲਿਆ, ਕਾਰਵਾਈ ਕਰਵਾਉਣੀ ਹੋਈ, ਇੱਕ ਬੰਦੇ ਨੇ ਵੀ ਲੁੱਟ ਲਿਆ, ਫਿਰ ਕਾਰਵਾਈ ਨਹੀਂ ਕਰਵਾ ਸਕਦਾ ਕਿਉਂਕਿ ਰੇਟ ਤਾਂ ਗਵਰਨਮੈਂਟ ਨੇ ਤੁਸੀਂ ਕਹਿੰਦੇ ਫਿਕਸ ਕੀਤਾ। ਉਸ ਖਿਲਾਫ ਤੇ ਬੋਲੋ ਨਾ। ਮੈਂ ਆਪਣੇ ਐਸਯੂ ਲੈਵਲ ਤੇ ਕਰਾਂਗਾ। ਹਾਂਜੀ, ਐਸਯੂ ਲੈਵਲ ਤੇ ਕਰਾਂਗਾ, ਮੈਂ ਇਹ ਨਹੀਂ ਕਹਿੰਦਾ ਐਸਯੂ ਲੈਵਲ ਤੇ ਨਹੀਂ ਕਰਾਂਗੇ, ਪਰ ਐਂਡ ਕੀ ਹੋਣਾ ਹੈ ਇਹ ਤੁਹਾਨੂੰ ਵੀ ਪਤਾ, ਸਾਨੂੰ ਵੀ ਪਤਾ। ਠੀਕ ਹੈ, ਚਲੋ ਇੱਕ ਐਫਰਟ ਤੇ ਕਰਨ ਦੀ ਐਫਰਟ ਅਸੀਂ ਕਰ ਰਹੇ ਨਾ, ਐਫਰਟ ਤਾਂ ਅਸੀਂ ਕਰ ਹੀ ਰਹੇ ਹਾਂ ਆਲਰੇਡੀ। ਐਫਰਟ ਚੱਲ ਸਾਡੀ, ਐਫਰਟ ਦੀ ਕੀ ਕਰਨ ਦੀ ਲੋੜ ਹੀ ਨਹੀਂ ਪੈਂਦੀ। ਤੁਸੀਂ ਕਹਿੰਦੇ ਐਫਰਟ ਨਾਲ ਦਾ ਗੁਆਂਢੀ 15 ਮਿੰਟ ਬੋਰਡ ਲਾਉਂਦਾ, ਨਾਲ ਹੀ ਉਹਨੂੰ 15 ਮਿੰਟ ਵੇਚਣਾ ਪੈ ਰਿਹਾ ਮਾਰਜਨ। ਐਫਰਟ ਤਾਂ ਕਰਨ ਦੀ ਲੋੜ ਹੋਵੇ ਨਾ ਵੀ ਜੇ ਨੈਕਸਸ ਬਣਿਆ ਹੋਵੇ। ਨੈਕਸਸ ਤਾਂ ਹੈ ਹੀ ਕੋਈ ਨਹੀਂ। 15 ਮਿੰਟ ਕੋਈ ਬੋਰਡ ਲਾ ਰਿਹਾ, ਕੋਈ 15 ਮਿੰਟ ਬੋਰਡ ਰਿਹਾ, ਮੇਰੇ ਕੋਲ ਵਾਕਫ ਆਉਂਦਾ, ਮੈਂ ਉਹਨੂੰ 17 18 ਵੀ ਕੱਢ ਦਿੰਦਾ, ਪਰ ਮੇਰਾ ਵਾਕਫ ਹੋਣਾ ਚਾਹੀਦਾ। 15 ਤਾਂ ਮੈਨੂੰ ਕੱਢਣਾ ਹੀ ਪਏਗਾ, ਕੋਈ ਮੈਂ ਦੇਖੋ ਰੋਟੀ ਖਾਣੀ ਹੈ। ਜੇ ਆਂਦਾ ਕੋਈ ਤੇ ਹੋ ਸਕਦਾ ਮੈਂ ਕਿਸੇ ਨੂੰ 10 ਵੀ ਕੱਢਦਾ ਹਾਂ, ਮੈਂ ਕੋਸ਼ਿਸ਼ ਹੁੰਦੀ ਵੀ ਚਲੋ ਠੀਕ ਹੈ ਮਾਰਜਨ ਹਰ ਇੱਕ ਨੇ ਲੈਣਾ, ਪਰ 15 ਮਿੰਟ ਦਾ ਬੋਰਡ ਲੱਗੇ ਹੋਏ ਨੇ ਲੁਧਿਆਣੇ 'ਚ। ਔਰ ਅਗਰ ਜਿੰਦੂ ਜੀ ਆਈ ਆਪ ਕਹਿ ਰਹੇ ਆ ਇੱਕ ਰਿਕਾਰਡਿੰਗ 'ਚ ਵੀ 22% ਮਾਰਜਨ ਹੈ, ਕੀ 7% ਮਾਰਜਨ ਲੈਣਾ ਨਜਾਇਜ਼ ਹੈ ਇੱਕ ਰਿਟੇਲਰ ਵਾਸਤੇ? ਭਾਜੀ ਬਹੁਤ ਵਧੀਆ ਤੁਸੀਂ ਦੱਸ ਰਹੇ ਹੋ, ਔਨ ਰਿਕਾਰਡ ਕਹਿ ਰਹੇ ਹੋ ਵੀ ਅਸੀਂ ਇੰਨਾ 7% ਮਾਰਜਨ ਲੈ ਰਹੇ ਹਾਂ, ਤੇ ਮੈਂ ਤੁਹਾਨੂੰ ਵਧਾਈਆਂ ਦਿੰਦਾ ਉਸ ਗੱਲ ਦੀਆਂ, ਪਰ ਤੁਸੀਂ ਲੁਟੇਰਿਆਂ ਖਿਲਾਫ ਤਾਂ ਆ ਜਾਓ ਜੀ। ਮੈਂ ਤਾਂ ਲੁਟੇਰਿਆਂ ਖਿਲਾਫ ਹਾਂ, ਨੈਕਸਿਸ ਤੋੜਨ ਹਸਪਤਾਲਾਂ ਦੇ ਜੀ। ਲੁਟੇਰੇ ਉਹ ਨੇ, ਅਸੀਂ ਨਹੀਂ ਹਾਂ ਲੁਟੇਰੇ। ਆਮ ਕੈਮਿਸਟ ਕੋਈ ਨਹੀਂ ਲੁੱਟ ਰਿਹਾ ਉਸ ਚੀਜ਼ ਨੂੰ। ਚਲੋ ਉਸ ਚੀਜ਼ ਨੂੰ ਜਿੰਦੂ ਨੂੰ ਨਾਲ ਲਓ। ਦੇਖੋ ਮੈਂ ਜਿੰਦੂ ਜੀ ਨੂੰ ਪੂਰਾ ਉਹਦੇ 'ਚ ਵੀ ਕਿਹਾ ਸਾਥ ਦੇਵਾਂਗੇ, ਪਹਿਲੀ ਵਿੱਚ ਦੂਜੀ 'ਚ ਵੀ ਕਹਿ ਰਹੇ ਹਾਂ, ਪਰ ਉਹ ਆਉਣ ਤਾਂ ਅਸੀਂ ਉਹਨੂੰ ਬੁਲਾ ਰਹੇ ਹਾਂ। 3 ਦਿਨ ਹੋ ਗਏ ਮੇਰੇ ਕੋਲ ਆ ਨਹੀਂ ਰਹੇ ਉਹ। 3 ਦਿਨ ਦੀ ਗੱਲਬਾਤ ਹੋ ਰਹੀ ਹੈ, ਮੈਂ ਆਨਾ ਜਾਣਾ, ਮੈਂ ਚੰਡੀਗੜ੍ਹ ਜਾ ਰਿਹਾ, ਮੈਂ ਅੱਜ ਉੱਧਰ ਜਾ ਰਿਹਾ, ਆ ਤਾਂ ਰਹੇ ਨਹੀਂ ਉਹ ਜੀ। ਔਨ ਟੇਬਲ 'ਤੇ ਮੇਰੇ ਨਾਲ ਗੱਲ ਨਹੀਂ ਕਰ ਰਹੇ। ਮੈਂ ਤਾਂ ਕਹਿੰਦਾ ਔਨਲਾਈਨ ਟੇਬਲ ਆਓ, ਡਿਬੇਟ ਕਰੋ ਮੇਰੇ ਨਾਲ ਟੇਬਲ 'ਤੇ ਬੈਠ ਕੇ, ਵੀ ਤੁਸੀਂ ਕਿਹਾ ਵੀ ਇੰਨਾ % ਮਾਰਜਨ ਹੈ, ਆਓ ਡਿਬੇਟ ਕਰੋ। ਉਹ ਡਿਬੇਟ ਤਾਂ ਮੇਰੇ ਨਾਲ ਆ ਨਹੀਂ ਰਹੇ। ਇੱਕ ਹੋਰ ਲੋਕ ਕਹਿੰਦੇ ਜੀ ਜਿਹੜੀ ਵੀ ਦਵਾਈ ਲਿਆਉਂਦੇ ਆ, ਬਹੁਤ ਸਾਰੇ ਮੈਡੀਕਲ ਸਟੋਰ ਅਜਿਹੇ ਆ ਜਿਹੜੇ ਬਿੱਲ ਨਹੀਂ ਦਿੰਦੇ ਜੀ। ਦੇਖੋ ਬਿੱਲ ਉਹ ਵੀ ਨਹੀਂ ਦੇ ਰਿਹਾ, ਇਹਦੀ ਉਹ ਵੀ ਨਹੀਂ ਦੇ ਰਿਹਾ, ਉਹ ਠੀਕ ਹੈ, ਉਹਦੇ ਤੇ ਵੀ ਉਹੀ ਕਾਰਵਾਈ। ਜਿਹੜਾ ਗਲਤ ਹੈ, ਚਾਹੇ ਉਹ ਬਲਜਿੰਦਰ ਸਿੰਘ ਜਿੰਦੂ ਹੈ ਜੀ, ਕਾਰਵਾਈ ਠੋਕ ਕੇ ਹੋਣੀ ਚਾਹੀਦੀ, ਚਾਹੇ 5 ਲੱਖ ਬੰਦਾ ਹੈ। ਬਿੱਲ ਸਾਰੇ ਦਿੰਦੇ ਆ, ਠੀਕ ਹੈ। ਅੱਜ ਗਵਰਨਮੈਂਟ ਦਾ ਰੇਟ ਹੁੰਦਾ, ਹੁਣ 50-100 ਦਾ ਦਵਾਈ ਲਈ, ਉਹ ਬਿੱਲ ਨਹੀਂ ਕੱਟ ਸਕਦਾ ਬੰਦਾ। ਕਈ ਵਾਰੀ ਹੁੰਦਾ ਚਲੋ ਅਗਲਾ ਕਸਟਮਰ ਹੀ ਸਾਡੇ ਕੋਲ ਆ ਕੇ ਆਉਂਦਾ, ਇਹ ਤਾਂ ਕਮੀ ਹੈ ਨਾ ਜੀ। 100 ਦੇ ਜੀ 20 ਬੰਦੇ ਵੀ ਆ, ਕਮੀ ਨਹੀਂ ਹੈ ਜੀ। ਉਹਦੇ 'ਚ ਕਸਟਮਰ ਆਉਂਦਾ, ਉਹ ਤਾਂ ਕਹਿੰਦਾ ਮੈਨੂੰ ਕੱਲ੍ਹ ਹੀ ਹੈ ਜੀ ਵੀ ਮੈਂ ਜਾਣਾ ਹੈ, ਠੀਕ ਹੈ। ਉਹ ਬਿੱਲ ਬਾਅਦ 'ਚ ਵੀ ਕੱਟੇ ਜਾਂਦੇ ਆ। ਤੁਸੀਂ ਇਹ ਨਾ ਕੋਈ ਬਿੱਲ ਨਹੀਂ ਕੱਟੇ, ਬਿੱਲ ਕੱਟੇ ਜਾਂਦੇ ਆ। ਜਿਹੜਾ GST ਹੈ ਉਹਦੇ 'ਚ ਵੀ ਉਹਨਾਂ ਨੇ ਕਹਿਤਾ ਵੀ 200 ਤੋਂ ਘੱਟ ਤੁਸੀਂ ਬਿੱਲ ਨਾ ਕੱਟੋ। ਪਰ ਕਿੰਨੇ ਕੁ ਇਮਾਨਦਾਰ ਆ, ਕਿੰਨੇ ਕੁ ਬਿੱਲ ਵਧੀਆ ਕੱਟ ਲੈਂਦੇ ਹੋਣੇ, ਉਹਦਾ ਫਿਰ ਪਤਾ ਹੀ ਹੈ ਨਾ। ਜੇ ਮੈਂ ਬਿੱਲ ਲੈ ਕੇ ਆ ਰਿਹਾ ਤੇ ਉਹਦਾ ਮੈਂ ਬਿੱਲ ਤਾਂ ਕੱਟਣਾ ਹੀ ਹੈ ਨਾ ਜੀ। ਜੇ ਮੈਂ ਬਿੱਲ ਲੈ ਕੇ ਆ ਰਿਹਾ, ਬਿੱਲ ਤਾਂ ਮੈਂ ਕੱਟਣਾ ਹੀ ਹੈ। ਬਿੱਲ ਤਾਂ ਮੈਂ ਛੱਡ ਨਹੀਂ ਸਕਦਾ, ਕਿਉਂਕਿ ਜੇ ਮੈਂ ਮਾਲ ਲੈ ਕੇ ਆ ਰਿਹਾ ਬਿੱਲ ਤੇ, ਮੈਂ ਕਿੱਦਾਂ ਬਿਨਾਂ ਬਿੱਲ ਤੋਂ ਵੇਚ ਦਾਂਗਾ? ਸਾਰਾ ਮਾਲ ਬਿੱਲ ਤੇ ਹੀ ਹੁੰਦਾ ਜੀ। ਸਾਡਾ ਆਂਡਾ ਬੜਾ ਬਿੱਲ ਤੇ ਮਾਲ ਆ ਰਿਹਾ। ਅਸੀਂ ਕਹਿ ਰਹੇ ਹਾਂ ਵੀ ਸਾਨੂੰ ਅੱਜ GST ਦੇਖੋ ਤੁਸੀਂ ਬਿੱਲ ਦੇਖੋ ਸਾਡੇ ਕੋਲ ਕਿੰਨੇ ਗਏ, ਹਰ ਆਈਟਮ ਦਾ ਬਿੱਲ ਹੈ। ਇੱਦਾਂ ਥੋੜ੍ਹਾ ਦਵਾਈਆਂ ਦਾ ਕੰਮ ਚੱਲ ਰਿਹਾ। ਚਲੋ ਬਹੁਤ ਸਾਰੇ ਲੋਕ ਇਲਜ਼ਾਮ ਲਾਉਂਦੇ ਆ, ਤੁਸੀਂ ਗੁੱਡ ਹੋ ਤਾਂ ਤੁਸੀਂ ਵਧਾਈ ਦੇ ਪਾਤਰ ਹੋ, ਪਰ ਜਿਹੜੇ ਕਰਦੇ ਆ ਉਹਨਾਂ ਖਿਲਾਫ ਤੇ ਮੈਂ ਤੁਹਾਨੂੰ ਅੱਜ ਹੀ ਗੱਲ ਕਰ ਰਿਹਾ। ਸਾਨੂੰ ਇੱਕ ਕਸਟਮਰ ਨੇ ਕਿਹਾ ਵੀ ਆਹ ਚੀਜ਼ ਮੈਨੂੰ ਜਿੰਦੂ ਨੇ ਆਹ ਆਵਾਜ਼ ਦਿੱਤੀ ਹੈ। ਮੈਂ ਕਿਹਾ ਜੀ ਬਿੱਲ ਲਿਆ? ਕਹਿੰਦੇ ਨਹੀਂ ਜੀ। ਮੈਂ ਕਿਹਾ ਜੀ ਫਿਰ ਬਿੱਲ ਕਿਉਂ ਨਹੀਂ ਤੁਸੀਂ ਲਿਆ? ਕਸਟਮਰ ਦੀ ਮੈਂ ਤੁਹਾਨੂੰ ਮੈਂਟੈਲਿਟੀ ਦੱਸ ਰਿਹਾ, ਮੈਂ ਆਪਣੀ ਨਹੀਂ ਦੁਕਾਨਦਾਰ ਦੀ। ਜੀ ਜੀ। ਮੈਂ ਕਿਹਾ ਜੀ ਤੁਸੀਂ ਬਿੱਲ ਕਿਉਂ ਨਹੀਂ? ਮੈਂ ਕਹਿੰਦਾ ਬਿੱਲ ਅਸੀਂ ਕੀ ਕਰਨਾ? ਕਸਟਮਰ ਨੂੰ ਚਾਹੀਦਾ ਵੀ ਤੁਸੀਂ ਬਿੱਲ ਲਓ। ਇੱਕ ਸਰਕਾਰ ਰੌਲਾ ਪਾ ਰਹੀ ਹੈ ਵੀ ਤੁਸੀਂ ਚੀਜ਼ ਲੈਣੀ ਹੈ, ਬਿੱਲ ਲਓ। ਕਸਟਮਰ ਤਾਂ ਗੱਲ ਸਮਝ ਨਹੀਂ ਪਾ ਰਿਹਾ। ਉਹ ਕਹਿੰਦਾ ਮੈਨੂੰ ਕੀ ਹੈ, ਚਾਹੇ ਡੁਪਲੀਕੇਟ ਅਸਲੀ ਮੈਨੂੰ 470 ਮਿਲ ਰਿਹਾ, ਮੈਂ ਜਦ ਚੀਜ਼ ਲੈ ਰਹੀ ਮੈਂ ਲੈਣੀ ਹੈ। ਤੁਸੀਂ ਬਿੱਲ ਤਾਂ ਲਓ ਨਾ। ਕਸਟਮਰ ਨੂੰ ਸਰਕਾਰ ਵਾਰ-ਵਾਰ ਰੋਜ਼ ਆ ਰਿਹਾ, ਤੁਹਾਡਾ ਹੱਕ ਹੈ ਬਿੱਲ ਮੰਗਣਾ, ਬਿੱਲ ਲਓ। ਦੁਕਾਨਦਾਰ ਨਹੀਂ ਬਿੱਲ ਦਿੰਦਾ, ਤੁਸੀਂ ਸ਼ਿਕਾਇਤ ਕਰੋ। ਉਹ ਤਾਂ ਬਿੱਲ ਦਿੰਦਾ ਹੀ ਨਹੀਂ ਪਿਆ। ਜੇ 400 ਮੈਂ ਉਹਨੂੰ ਗਾਹਕ ਨੂੰ ਕਹਿ ਰਿਹਾ ਤੂੰ ਬਿੱਲ ਆ, ਉਹ ਕਹਿੰਦਾ ਮੈਂ ਲੈਣੀ ਬਿੱਲ। ਕਿਸ ਗੱਲ ਦਾ ਮੈਂ ਬਿੱਲ ਆਵਾਂ? ਮੈਂ ਕਿਉਂ ਬਿੱਲ ਆਵਾਂ? ਬਿਲਕੁਲ। ਸੋ ਜੇ ਡਾਕਟਰਾਂ ਦਾ ਨੈਕਸਸ, ਜੋ ਡਾਕਟਰ ਇਹ ਕੰਮ ਕਰ ਰਹੇ ਆ, ਨਿੱਜੀ ਡਾਕਟਰ, ਤੇ ਉਹਨਾਂ ਦੇ ਲਈ ਤੁਸੀਂ ਮਤਲਬ ਕਿ ਹਾਮੀ ਭਰਦੇ ਹੋ ਤੇ ਬਲਜਿੰਦਰ ਸਿੰਘ ਜੀ ਨੂੰ ਨਾਲ ਆਉਣ ਲਈ ਕਹਿੰਦੇ ਹੋ? ਮੈਂ ਕਹਿੰਦਾ ਅਸੀਂ ਸਪੋਰਟ ਵੀ ਦੇਵਾਂਗੇ, ਠੀਕ ਹੈ। ਉਹ ਹਸਪੀਟਲ ਅੰਦਰ ਜਾਣ, ਆਪਣਾ ਕਰਨ, ਅਸੀਂ ਉਹਨਾਂ ਨੂੰ ਜਿੱਥੇ ਉਹਨਾਂ ਦੀ ਕਮੀ ਪੇਸ਼ੀ ਹੋਏਗੀ ਅਸੀਂ ਉਹਨਾਂ ਨੂੰ ਸਪੋਰਟ ਹੀ ਦੇਵਾਂਗੇ। ਤੇ ਬਾਹਰ ਵਾਲੇ ਜਿਹੜੇ ਮੈਡੀਕਲ ਸਟੋਰ ਧੱਕਾ ਕਰ ਰਹੇ ਨੇ ਉਹਨਾਂ ਦੇ ਖਿਲਾਫ ਵੀ ਡਟੋਗੇ? ਉਹਨਾਂ ਦੇ ਅਸੀਂ ਡਟੇ ਹਾਂ ਜੀ, ਪਹਿਲੇ ਡਟੇ ਹਾਂ। ਅਸੀਂ ਪਹਿਲਾਂ ਹੀ ਡਟੇ ਹੋਏ ਹਾਂ, ਔਰ ਪਹਿਲਾਂ ਹੀ ਬਹੁਤ ਘੱਟ ਮਾਰਜਨ 'ਤੇ ਸਾਡਾ ਕੈਮਿਸਟ ਕੰਮ ਕਰ ਰਿਹਾ ਹੈ। ਅਗਰ ਤੁਸੀਂ ਕਹੋ ਨਾ ਬਹੁਤ ਜ਼ਿਆਦਾ ਮਾਰਜਨ ਲੈ ਰਿਹਾ ਹੈ, ਠੀਕ ਹੈ। ਹੁਣ ਭੇਡਾਂ 1-2 ਹੁੰਦੀਆਂ ਕਾਲੀਆਂ, ਆਪਾਂ ਇਹ ਨਹੀਂ ਕਹਿੰਦੇ ਹਰ ਕੰਮ 'ਚ ਹੁੰਦੀਆਂ, ਪਰ
ਜਿਹੜਾ ਅੱਜ ਦੀ ਡੇਟ 95 ਕੈਮਿਸਟ ਹੈ ਉਹ ਜ਼ਿਆਦਾ ਮਾਰਜਨ ਨਹੀਂ ਲੈ ਪਾ ਰਿਹਾ ਭਾਜੀ। ਮੈਂ ਤੁਹਾਨੂੰ ਵਾਰ-ਵਾਰ ਸਭ ਨੂੰ ਇਹੀ ਹੈ ਵੀ ਮੈਂ ਦੇਖਿਆ ਹੋਇਆ, ਮੈਂ ਭੁਗਤਿਆ ਆਇਆ ਵੀ ਸਾਡੇ ਮਾਰਜਨ ਕਿਸ ਤਰ੍ਹਾਂ ਘਟ ਰਹੇ ਆ ਔਰ ਸਾਨੂੰ ਪਤਾ ਹੈ। ਫਿਰ ਰੇਟ ਠੀਕ ਕਰਵਾ ਲਓ ਨਾ, ਫਿਰ ਰੇਟ ਠੀਕ ਕਰਵਾ ਲਓ ਜੀ। ਜਦੋਂ ਮਾਰਜਨ ਲੈ ਹੀ ਨਹੀਂ ਰਹੇ, ਜਿਹੜੇ 105 ਕਰ ਰਹੀਆਂ ਹੈ, ਇੱਕ ਨੇ ਲੁੱਟ ਲਿਆ ਵਿਚਾਰਾ, ਕਾਰਵਾਈ ਨਹੀਂ ਕਰਵਾ ਸਕਦਾ ਉਹ, ਕਿਉਂਕਿ ਰੇਟ ਲਿਖਿਆ ਕੰਪਨੀ ਨੇ, ਤੁਸੀਂ ਕਿਹਾ ਜੀ ਉਹ ਦੇਖੋ ਗਵਰਨਮੈਂਟ ਨੂੰ ਪਤਾ ਹੈ ਨਾ, ਡੀਬੀਸੀ ਪ੍ਰੋਡਕਟ ਚੋਂ ਲੈ ਕੇ ਆਏ ਨਾ 365 ਪ੍ਰੋਡਕਟ, ਉਹ ਇਹਨਾਂ ਨੂੰ ਵੀ ਲੈਣ। ਅਸੀਂ ਤਾਂ ਕਹਿੰਦੇ ਲੈ ਕੇ ਆਉਣ ਤਾਂ ਜੋ ਲੋਕਾਂ ਦਾ ਭਲਾ ਹੋਵੇ। ਸਾਨੂੰ ਕੀ ਹੈ, ਸਾਡਾ 7% ਮਾਰਜਨ ਸਾਨੂੰ ਮਿਲ ਰਿਹਾ, ਅਸੀਂ ਖੁਸ਼ ਹਾਂ ਉਹਦੇ 'ਚ। 7% ਵੀ ਅਸੀਂ ਖੁਸ਼ ਹਾਂ। ਜੇ ਮੇਰੇ ਸ਼ਾਮ ਨੂੰ 50,000 ਦੀ ਸੇਲ ਹੈ, ਮੈਨੂੰ 3500 ਬਚਦਾ, ਮੈਂ ਖੁਸ਼ ਹੈਗਾ ਵੀ। ਮੈਂ ਨਹੀਂ ਕਹਿੰਦਾ ਵੀ ਮੈਂ ਖੁਸ਼ ਨਹੀਂ ਹੈਗਾ, ਪਰ ਚੋਰ ਕਹਿਣਾ ਇੱਕ ਉਹਦੇ ਠੇਸ ਤਾਂ ਪਹੁੰਚਦੀ ਹੈ। ਜੇ ਉਹਨੇ ਇਹ ਨਹੀਂ ਕਿਹਾ ਵੀ ਮੈਂ ਜੀ ਕੁਝ ਕੈਮਿਸਟ ਚੋਰ ਨੇ, ਉਹਨੇ ਇਹ ਗੱਲ ਕਹੀ ਹੁੰਦੀ ਤੇ ਸ਼ਾਇਦ ਅਸੀਂ ਭੜਕਦੇ ਨਾ ਇਹ ਗੱਲ। ਚਲੋ, ਤੇ ਇਹ ਸਨ ਰਾਕੇਸ਼ ਕਾਲੜਾ ਜੀ, ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਜੋ ਨਿੱਜੀ ਡਾਕਟਰ ਨੇ ਜੋ ਆਪਣੇ ਹਸਪਤਾਲ ਚਲਾ ਰਹੇ ਨੇ, ਉਹਨਾਂ ਦੇ ਅੰਦਰ ਮੈਡੀਕਲ ਸਟੋਰਸ ਖੋਲ੍ਹੇ ਜਾ ਰਹੇ ਨੇ ਤੇ ਦਵਾਈਆਂ ਅਜਿਹੀਆਂ ਲਿਖੀਆਂ ਜਾਂਦੀਆਂ ਨੇ ਜਿਹੜੀਆਂ ਬਾਹਰ ਵੀ ਨਹੀਂ ਮਿਲਦੀਆਂ। ਇਹ ਵੀ ਇੱਕ ਵੱਡਾ ਜਿਹੜਾ ਹੈਗਾ ਇਹ ਘਪਲੇ ਦਾ ਕਾਰਨ ਔਰ ਵੱਡਾ ਨੈਕਸਸ ਹੈਗਾ। ਇਹਦੇ ਖਿਲਾਫ ਵੀ ਜ਼ਰੂਰ ਡਟਣਾ ਚਾਹੀਦਾ ਹੈ, ਕਿਉਂਕਿ ਜਿੱਥੇ ਆਮ ਲੋਕਾਂ ਦੀ ਲੁੱਟ ਹੋ ਰਹੀ ਹੈ, ਮੈਡੀਕਲ ਸਟੋਰਾਂ ਦੇ ਉੱਤੇ ਕਥਿਤ ਤੌਰ ਤੇ ਇਲਜ਼ਾਮ ਲੱਗੇ ਨੇ ਜਿਹੜੇ, ਤੇ ਉੱਥੇ ਹੀ ਇਹਨਾਂ ਵੱਲੋਂ ਇਹ ਵੀ ਇਲਜ਼ਾਮ ਲਗਾਇਆ ਜਾ ਰਿਹਾ ਵੀ ਅੰਦਰ ਵੀ ਇੱਕ ਲੁੱਟ ਹੋ ਰਹੀ ਹੈ ਭਾਈ, ਉਹਨੂੰ ਵੀ ਵੇਖਣਾ ਚਾਹੀਦਾ ਹੈ। ਸੋ ਜਿੱਥੇ ਜਿੱਥੇ ਲੁੱਟ ਹੋ ਰਹੀ ਹੈ ਜ਼ਰੂਰ ਡਟਣਾ ਚਾਹੀਦਾ ਹੈ। ਚਾਹੇ ਉਹ ਬਲਜਿੰਦਰ ਸਿੰਘ ਜਿੰਦੂ ਨੇ ਜੇ 5 ਦਵਾਈਆਂ ਵੀ ਉਠਾਈਆਂ, ਮੈਂ ਕਹਿੰਦਾ ਇੱਕ ਚਲੋ ਜਾਗਰੂਕਤਾ ਪੈਦਾ ਹੋਈ, ਲੋਕਾਂ ਦੇ ਵਿੱਚ ਪਤਾ ਲੱਗਿਆ, ਤੇ ਉਸ ਕਰਕੇ ਹੀ ਇਹਨਾਂ ਨੇ ਆਵਾਜ਼ ਚੁੱਕੀ। ਤੁਸੀਂ ਹਾਂਜੀ ਦੇਖੋ, ਇਹ ਸੀ ਆਵਾਜ਼ ਸਿਰਫ ਜਿੰਦੂ ਭਾਜੀ ਦੇ ਖਿਲਾਫ ਹੋ ਚੁੱਕੀ। ਪ੍ਰਧਾਨ ਮੰਤਰੀ ਯੋਜਨਾ 'ਚ ਦਵਾਈਆਂ ਆਈਆਂ ਸੀ, ਅਸੀਂ ਕੋਈ ਇੰਨੀ ਐਡ ਆਈ, ਕਿਸੇ ਨੇ ਕਿਹਾ ਕੁਛ, ਪਰ ਦੂਜੇ ਚੋਰ ਉਹਨਾਂ ਨੇ ਕਹਿਣਾ ਇਹ ਆਵਾਜ਼ ਤਾਂ ਉੱਠੀ ਹੈ। ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਚਲੋ ਤੁਸੀਂ ਗੱਲ ਕੀਤੀ, ਜਿਹੜੀਆਂ ਇਹ ਦਵਾਈਆਂ ਆ ਰਹੀਆਂ ਇਹ ਵੀ ਤਾਂ ਕਿਸੇ ਨਾ ਕਿਸੇ ਮਾਰਜਨ 'ਚ ਆ ਰਹੀਆਂ ਹੋਣੀਆਂ ਕਿ ਘਾਟੇ 'ਚ ਦੇਈ ਜਾ ਰਹੀ ਹੈ ਵੀ 105 ਪ੍ਰਿੰਟ ਆ ਜੀ ਤਾਂ ਤੁਸੀਂ 70 ਰੁਪਏ ਦੀ 20 ਰੁਪਏ ਦੀ ਲੈ ਲਓ। ਉਹਨਾਂ ਨੂੰ 20% ਮਾਰਜਨ ਹੈ ਜੀ, ਸਾਡਾ ਤਾਂ 20% ਮਾਰਜਨ ਵੀ ਹੈ ਨਹੀਂ। ਉਹ ਜਿੰਨੀ ਆਈਟਮਾਂ ਵੇਚ ਰਹੇ ਆ 20% ਤੋਂ ਘੱਟ ਨਹੀਂ ਵੇਚ ਰਹੇ। ਅੱਜ ਦੀ ਡੇਟ 'ਚ ਵੀ 20% ਮਾਰਜਨ ਉਹਨਾਂ ਨੂੰ ਮਿਲ ਰਿਹਾ, ਗਵਰਨਮੈਂਟ ਦੇ ਰਹੀ ਹੈ। ਠੀਕ ਹੈ ਜੀ, ਅਗਰ ਅਸੀਂ ਰੌਲਾ ਪਾਉਣਾ ਹੁੰਦਾ, ਜਿਹੜਾ ਫਿਰ ਗੈਪ ਹੈ, ਜਿਹੜਾ ਮਾਰਜਨ ਹੈ ਜਾਂ ਇੰਨੀ ਤੁਹਾਨੂੰ ਮਿਲ ਰਹੀ, ਇਹ ਪੈਸਾ ਕਿੱਥੇ ਜਾਂਦਾ ਹੈ? ਇੱਕ ਇਲਜ਼ਾਮ ਲੱਗਦੇ ਆ ਵੀ ਡਾਕਟਰਾਂ ਨੂੰ ਕੰਪਨੀਆਂ ਕਹਿੰਦੀਆਂ ਵੀ ਤੁਸੀਂ ਸਾਡੀ ਦਵਾਈ ਲਿਖ ਦਿਓ, ਅਸੀਂ ਤੁਹਾਨੂੰ ਕਮਿਸ਼ਨ ਦੇਵਾਂਗੇ। ਇਹ ਕਿਉਂਕਿ ਕਮਿਸ਼ਨ ਤੇ ਸਟੋਰਾਂ ਵਾਲਿਆਂ ਕੋਲ ਆਉਂਦਾ ਹੈ ਅੱਧੇ ਪੈਸਾ ਜਿਹੜਾ, ਤੇ ਉਹ ਫਿਰ ਸਟੋਰਾਂ ਵਾਲੇ ਵੰਡਦੇ ਆ ਡਾਕਟਰਾਂ ਨੂੰ ਜੀ। ਸਰ ਦੇਖੋ, ਅਸੀਂ ਹੁਣ ਸਟੋਰ ਬੈਠੇ ਹਾਂ, ਸਾਨੂੰ 50 ਸਾਲ ਹੋ ਗਏ, ਕੋਈ ਆ ਕੇ ਕਹਿ ਦੇ ਵੀ ਅਸੀਂ ਡਾਕਟਰ ਨੂੰ ਪੈਸੇ ਦਿੱਤੇ ਹੈ ਲਿਖਵਾਉਣ ਦੇ, ਇਹ ਕੰਪਨੀਆਂ ਦਿੰਦੀਆਂ ਹੋਣੀਆਂ ਜੀ। ਫਿਰ ਇਹ ਜੋ ਕੰਪਨੀਆਂ ਨੇ ਐਕਸੈਸ ਸਾਨੂੰ ਨਹੀਂ ਪਤਾ ਉਹਦੇ 'ਚ, ਪਰ ਸਾਡੇ ਸਟੋਰ 'ਤੇ ਜਾਂ ਕਿਸੇ ਵੀ ਮਹੱਲੇ ਦੇ ਸਟੋਰ 'ਤੇ ਕੋਈ ਵੀ ਮਤਲਬ ਜਿਹੜਾ ਸਾਡਾ ਕੈਮਿਸਟ ਹੈ ਉਹ ਇਸ ਧੰਦੇ 'ਚ ਲਿਬਰਤ ਨਹੀਂ ਹੈ। ਉਹ ਆਪਣਾ ਸ਼ਾਂਤੀ ਨਾਲ ਕੰਮ ਕਰ ਰਿਹਾ, ਪਰਚੀ ਟੈਂਡ ਕਰ ਰਿਹਾ, ਪਰਚੀ ਦਾ ਜੋ ਆਣਾ ਲਿਖਿਆ ਉਹਨੇ ਦੇਣਾ। ਅਸੀਂ ਤਾਂ ਇਹ ਵੀ ਕੋਸ਼ਿਸ਼ ਨਹੀਂ ਕਰਦੇ ਸਬਸਟੀਟਿਊਟ ਕਰੀਏ, ਕਿਉਂਕਿ ਸਾਨੂੰ ਕੋਲ ਜੋ ਕਸਟਮਰ ਆਉਂਦਾ ਹੈ ਨਾ, ਉਹ ਇਸ ਵਿਸ਼ਵਾਸ 'ਤੇ ਆਉਂਦਾ ਵੀ ਜੋ ਲਿਖਿਆ ਉਹ ਮਿਲਿਆ ਸਾਨੂੰ, ਤੇ ਅਸੀਂ ਉਸ ਚੀਜ਼ ਦੀ ਵੀ ਕੋਸ਼ਿਸ਼ ਕਰਦੇ। ਅਗਰ ਕੋਈ ਸਾਡੇ ਕੋਲ ਚੀਜ਼ ਅਵੇਲੇਬਲ ਨਹੀਂ ਹੈ, ਅਸੀਂ ਕਸਟਮਰ ਨੂੰ ਪਹਿਲਾਂ ਕਿ ਦੱਸ ਦਈਦਾ ਵੀ ਭਾਈ ਆਹ ਅਵੇਲੇਬਲ ਨਹੀਂ ਹੈ, ਅਗਰ ਦੂਸਰੀ ਕੰਪਨੀ ਨਹੀਂ ਲੈ ਲੈ, ਅਗਰ ਉਹ ਹਾਮੀ ਭਰਦਾ ਤਾਂ ਦਿੰਦੇ ਹਾਂ, ਅਗਰ ਉਹ ਹਾਮੀ ਨਹੀਂ ਭਰਦਾ ਅਸੀਂ ਉਹ ਵੀ ਨਹੀਂ ਦਿੰਦੇ। ਇਹ ਸਾਡਾ ਅਸੂਲ ਬਣਾਇਆ ਹੈ ਲਾਈਫ ਦਾ, ਅਸੀਂ ਰੂਟੀਨ ਦਾ। ਅਸੀਂ ਜਦ ਤੱਕ ਕੰਮ ਕਰ ਰਹੇ ਹਾਂ, ਸਾਡੇ ਪਾਪਾ ਦਾ ਜੋ ਅਸੂਲ ਸੀ, ਅੱਗੋਂ ਅਸੀਂ ਬੱਚਿਆਂ ਨੂੰ ਵੀ ਉਹੀ ਕਹਿ ਰਹੇ ਹਾਂ ਵੀ ਜੋ ਲਿਖਿਆ ਡਾਕਟਰ ਦਿਓ, ਸਾਨੂੰ ਉਹਦੇ ਨਾਲ ਨਹੀਂ ਮਤਲਬ ਹੈ। ਕਸਟਮਰ ਕਹਿੰਦਾ ਹੈ ਵੀ ਮੈਨੂੰ ਸਸਤੀ ਚਾਹੀਦੀ ਦੇ ਦਿਓ, ਪਰ ਅਗਰ ਕਸਟਮਰ ਨਹੀਂ ਕਹਿੰਦਾ, ਕਸਟਮਰ ਕੱਲ੍ਹ ਨੂੰ ਕੋਈ ਆਰਾਮ ਨਾਲ ਆਇਆ, ਉਹਨੇ ਸਾਡੇ 'ਤੇ ਆ ਕੇ ਕਹਿਣਾ ਹੈ। ਜਦੋਂ ਕਸਟਮਰ ਖੁਦ ਕਹੇਗਾ ਵੀ ਮੈਨੂੰ ਆਹ ਚੀਜ਼ ਚਾਹੀਦੀ ਹੈ ਘੱਟ ਰੇਟ ਦੀ, ਤੇ ਫਿਰ ਸਾਡੀ ਜ਼ਿੰਮੇਵਾਰੀ ਘੱਟ ਜਾਂਦੀ ਹੈ ਜੀ। ਸੋ ਇਹੀ ਕਹਿਣਾ ਹੈ ਰਾਕੇਸ਼ ਕਾਲੜਾ ਜੀ ਦਾ, ਤੇ ਵੀ ਬਲਜਿੰਦਰ ਸਿੰਘ ਜਿੰਦੂ ਉਹਨਾਂ ਦੇ ਨਾਲ ਟੇਬਲ 'ਤੇ ਆ ਕੇ ਬੈਠਣ, ਡਿਬੇਟ ਕਰਨ। ਤੇ ਇੱਕ ਗੱਲ ਜਿਹੜੀ ਨਿੱਜੀ ਹਸਪਤਾਲਾਂ ਦੇ ਵਿੱਚ ਡਾਕਟਰਾਂ ਵੱਲੋਂ ਇਹ ਦਵਾਈਆਂ ਲਿਖੀਆਂ ਜਾਂਦੀਆਂ, ਉਹ ਇਹਨਾਂ ਨੂੰ ਤੰਗ ਪਰੇਸ਼ਾਨ ਕਰਦੀਆਂ, ਉਸ ਦੇ ਖਿਲਾਫ ਵੀ ਡਟਿਆ ਜਾਵੇ। ਪਰ ਹੁਣ ਵੇਖਣਾ ਹੋਵੇਗਾ ਕਿ ਬਲਜਿੰਦਰ ਸਿੰਘ ਜਿੰਦੂ ਵੱਲੋਂ ਰਾਕੇਸ਼ ਜੀ ਦੇ ਨਾਲ ਕਦੋਂ ਤੱਕ ਗੱਲਬਾਤ ਕੀਤੀ ਜਾਂਦੀ ਹੈ, ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਵੀ ਉਹਨਾਂ ਦੀ ਗੱਲ ਅਸੀਂ ਪੰਜਾਬੀ ਲੋਕ ਚੈਨਲ ਦੇ ਜ਼ਰੀਏ ਇਹਨਾਂ ਨੂੰ ਆਮੋ ਸਾਹਮਣੇ ਬਿਠਾ ਕੇ ਜੋ ਵੀ ਗੱਲਾਂ ਨੇ ਉਹ ਕਲੀਅਰ ਕਰਨ ਦੀ ਕੋਸ਼ਿਸ਼ ਕਰੀਏ। ਸੱਜਣ ਸਿੰਘ ਸੈਣੀ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਲੁਧਿਆਣਾ।